ਤੁਹਾਨੂੰ ਕਹਿਣਾ ਤੁਸੀਂ ਜਾਓ ਆਪਣੇ ਥਾਣੇ ਕਰਾ ਕੇ ਦੇਖੋ। ਅਸੀਂ ਤਾਂ ਉਦੋਂ ਹੀ ਐਸਐਸਪੀ ਸਾਹਿਬ ਨੂੰ ਆਪਣੀ ਚਿੱਠੀ ਲਿਖ ਕੇ ਦਿੱਤੀ ਹੋਈ, ਰਿਟਨ ਦੇ ਵਿੱਚ ਦਿੱਤੀ ਹੋਈ ਹੈ। ਅਸੀਂ ਤਾਂ ਕਾਰਜ ਕਰਦੇ ਪਏ ਆ, ਲੱਗੇ ਹੋਏ। ਸਤਿ ਸ਼੍ਰੀ ਅਕਾਲ। ਤੁਸੀਂ ਤਸਵੀਰਾਂ ਦੇਖ ਰਹੇ ਹੋ ਬਠਿੰਡਾ ਤੋਂ। ਬਠਿੰਡਾ ਦੇ ਰਿਲਾਇੰਸ ਮਾਲ ਦੇ ਬਾਹਰ ਦੀਆਂ ਨੇ ਔਰ ਇਸ ਵੇਲੇ ਲੱਖਾ ਸਰਾਣਾ ਸਾਡੇ ਨਾਲ ਨੇ, ਹੋਰ ਵੀ ਕੁਝ ਨੌਜਵਾਨ ਆ। ਕਰੀਬ ਰਾਤ ਦੇ 8 ਵੱਜ ਚੱਲੇ ਨੇ ਔਰ ਇਸ ਵੇਲੇ ਵੀ ਬੈਠੇ ਹੋਏ ਨੇ, ਵਿਚਾਰ ਵਟਾਂਦਰਾ ਚੱਲ ਰਿਹਾ। ਨਾਲ ਮੱਖੂ ਸਾਹਿਬ ਵੀ ਬੈਠੇ ਹੋਏ ਨੇ, ਇਹਨਾਂ ਨਾਲ ਗੱਲਬਾਤ ਕਰ ਰਹੇ ਨੇ। ਲੱਖਾ ਜੀ, ਪਹਿਲਾ ਸਵਾਲ ਬਾਈ ਜੀ ਤੁਹਾਨੂੰ, ਸੰਘਰਸ਼ ਜਿਹੜਾ ਸੀਗਾ ਉਹ ਦਿਨੋਂ ਦਿਨ ਤਿੱਖਾ ਹੁੰਦਾ ਜਾ ਰਿਹਾ ਪਹਿਲਾਂ ਦੇ ਮੁਕਾਬਲੇ। ਕੇਂਦਰ ਦੇ ਸਰਕਾਰ ਆ ਸਾਡੇ ਕਿਸਾਨਾਂ ਨੂੰ ਬੁਲਾਉਂਦੇ ਆ, ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਹਾਲਾਤ ਹੋਏ ਆ, ਹੁਣ ਕਿਵੇਂ ਦੇਖਦੇ ਹੋ ਸੰਘਰਸ਼ ਨੂੰ ਤੁਸੀਂ? ਦੇਖੋ, ਮੈਨੂੰ ਇਹ ਲੱਗਦਾ ਕਿ ਪੰਜਾਬ ਸ਼ੁਰੂਆਤ ਕਰ ਚੁੱਕਿਆ ਹੈ ਲੜਾਈ ਦੀ। ਸ਼ੁਰੂਆਤ ਮੈਂ ਕਹੂੰਗਾ। ਖੁਸ਼ੀ ਹੁੰਦੀ ਹੈ। ਮੈਂ ਅੱਜ ਦਿਨੇ ਵੀ ਦੇਖਦਾ ਸੀ ਕਿ ਕਿਵੇਂ ਨੌਜਵਾਨ ਟਰੈਕਟਰ ਟਰਾਲੀਆਂ ਭਰ ਕੇ ਜਾ ਰਹੇ ਨੇ, ਆ ਰਹੇ ਨੇ, ਹਨ। ਤੇ ਨੌਜਵਾਨਾਂ ਦੇ ਟਰੈਕਟਰਾਂ ਦੇ ਜਿਹੜੇ ਕਦੇ ਦੂਜੇ ਗੀਤ ਵੱਜਦੇ ਸੀ, ਹੁਣ ਗੀਤ ਵੀ ਇਹੀ ਵੱਜਦੇ ਨੇ। ਗੱਡੀਆਂ 'ਚ ਵੀ ਉਹੀ ਗੀਤ ਵੱਜਦੇ ਨੇ। ਝੰਡੇ ਵੀ ਕਿਸਾਨਾਂ ਵਾਲੇ ਚੱਕੇ ਹੋਏ ਨੇ। ਤਾਂ ਲੜੂਗਾ ਪੰਜਾਬ, ਇਹੋ ਜਿਹੀ ਨਹੀਂ ਗੱਲ ਹੈਗੀ। ਨਿਰਾਸ਼ ਹੋਣ ਲਈ ਕਈ ਵਾਰੀ ਹੋ ਜਾਂਦਾ ਕਿ ਯਾਰ ਕਾਨੂੰਨ ਬਣ ਗਏ, ਹੁਣ ਕੀ ਹੋਊਗਾ, ਮੋਦੀ ਬਹੁਤ ਤਾਨਾਸ਼ਾਹ ਬੰਦਾ, ਇਹਦਾ ਅੱਗੇ ਨਹੀਂ ਪਿੱਛੇ ਹਟਿਆ। ਨਹੀਂ, ਪੰਜਾਬ ਨੇ ਵੱਡੇ ਵੱਡਿਆਂ ਨੂੰ ਪਿੱਛੇ ਹਟਾਇਆ ਤੇ ਭਜਾਇਆ ਵੀ ਹੈ। ਤੇ ਮੈਨੂੰ ਲੱਗਦਾ ਕਿ ਪੰਜਾਬ ਇਸ ਵਾਰ ਮੋਦੀ ਨੂੰ ਹੀ ਭਜਾਊਗਾ। ਅੱਛਾ ਜੀ। ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਸਿਆਸੀ ਪਾਰਟੀਆਂ ਨੇ ਸਾਰੀਆਂ ਦੇ ਆਈਟੀ ਵਿੰਗ ਹੁੰਦੇ ਆਪਣੇ ਆਪਣੇ। ਜਦੋਂ ਲੋੜ ਪੈਂਦੀ ਆ ਤਾਂ ਵਿਰੋਧੀਆਂ ਦੇ ਖਿਲਾਫ ਵੀ ਬੋਲਦੇ ਆ, ਪਰ ਜਦੋਂ ਨਹੀਂ ਲੋੜ ਹੁੰਦੀ ਤਾਂ ਚੁੱਪ ਵਰਤ ਜਾਂਦੇ ਆ, ਜਿੱਥੇ ਲੱਗਦਾ ਕਿ ਸਾਨੂੰ ਲੋੜ ਨਹੀਂ ਹੈ। ਹੁਣ ਵੀ ਇਸੇ ਤਰ੍ਹਾਂ ਦੇ ਨਾਲ ਆ ਕਿਸਾਨੀ ਸੰਘਰਸ਼ ਨੂੰ ਆ ਜਿਹੜਾ ਉਹ ਆਈਟੀ ਸੈੱਲ ਆ ਸਿਆਸੀ ਪਾਰਟੀਆਂ ਦੇ ਆ, ਉਸੇ ਤਰ੍ਹਾਂ ਦੇ ਨਾਲ ਬਖੇੜਨ ਦੀ ਕੋਸ਼ਿਸ਼ ਕਰਦੇ ਆ। ਪਿੰਡਾਂ ਤੱਕ ਮੈਸੇਜ ਜ਼ਰੂਰ ਜਾਂਦੇ ਲੋਕਾਂ ਦੇ ਜਾਂ ਜਥੇਬੰਦੀਆਂ ਦੇ, ਪਰ ਪਹੁੰਚ ਨਹੀਂ ਪਾਉਂਦੇ ਲੋਕਾਂ ਨੂੰ। ਆ ਜਿਹੜਾ ਸੰਘਰਸ਼ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਇਕੱਲੇ ਆਈਟੀ ਵਿੰਗ ਦੀ ਨਾ ਆਪਾਂ ਗੱਲ ਕਰੀਏ, ਮੇਰੇ ਨਾਲ ਕਾਲੋ ਕੇ ਪਿੰਡ ਆ ਛੋਟਾ ਜਿਹਾ, ਉੱਥੇ ਇੱਕ ਮੇਰਾ ਸੱਜਣ ਗੱਲ ਦੱਸ ਰਿਹਾ ਸੀ, ਉੱਥੇ ਕੋਈ ਬਾਦਲਾਂ ਦਾ ਜਿਹੜਾ ਕੋਈ ਬੰਦਾ ਹੈਗਾ, ਉਹ ਕਿਸਾਨ ਜਥੇਬੰਦੀਆਂ ਦੇ ਵਿੱਚ ਆ ਕੇ ਆਪਣੇ ਬੰਦੇ ਵੀ ਵਿੱਚ ਬਾੜ ਰਹੇ ਨੇ। ਇਹ ਉੱਥੋਂ ਵੀ ਘੋਲ ਨੂੰ ਤਾਰ ਪਿੰਡੋ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਬੜਾ ਕੁਛ ਜਿਹੜਾ ਹੈਗਾ ਇਹ ਇਹਨਾਂ ਨੇ ਇਕੱਲੇ ਆਈਟੀ ਵਿੰਗ ਰਾਹੀਂ ਨਹੀਂ, ਇਹਨਾਂ ਨੇ ਆਪਣੇ ਬੰਦੇ ਛੱਡ ਕੇ ਵੀ ਇਹ ਪ੍ਰਚਾਰ ਵੀ ਕਰਾਉਣਾ। ਅੱਜ ਉਹ ਬੰਟੀ ਰਮਾਣਾ ਹੈਗਾ ਇਹਨਾਂ ਦਾ ਬਾਦਲਾਂ ਦਾ, ਉਹ ਦਿੱਲੀ ਡਰਾਮਾ ਕਰਦਾ ਫਿਰਦਾ ਹੈ ਨਾ। ਪਹਿਲਾਂ ਕੋਈ ਟਰੈਕਟਰ ਫੂਕ ਦਿੰਦਾ ਜਾ ਕੇ ਕਾਂਗਰਸੀ ਉੱਥੇ ਦਿੱਲੀ, ਕੋਈ ਕੁਛ ਕਰ ਦਿੰਦਾ, ਕੋਈ ਆ ਬਰਨਾਲੇ ਪਿੱਛੇ ਟਰੈਕਟਰ ਫੂਕਤਾ ਸੀ ਇੱਕ। ਸੋ ਇਹ ਹੁਣ ਇਹਨਾਂ ਕੋਲੇ ਮੈਨੂੰ ਲੱਗਦਾ ਕਿ ਇਸ ਵਕਤ ਜਿਹੜਾ ਪੰਜਾਬ ਆ ਨਾ, ਉਹ ਚਾਹੇ ਰਵਾਇਤੀ ਪਾਰਟੀਆਂ ਹੋਣ ਤੇ ਚਾਹੇ ਜਿਹੜੇ ਦੂਜੇ ਤੀਜੇ ਹੋਰ ਪਰ ਤੋਲਦੇ ਫਿਰਦੇ ਹੋਣ, ਉਹ ਸਾਰਿਆਂ ਤੋਂ ਹੀ ਆਕੀ ਹੋਇਆ ਪਿਆ। ਕੋਈ ਨਵਾਂ ਰਾਹ ਲੱਭਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬ। ਤੇ ਰਾਹ ਮੈਨੂੰ ਲੱਗਦਾ ਕਿ ਜੇ ਇੱਥੋਂ ਕੋਈ ਅਗਵਾਈ ਮਿਲਦੀ ਹੈ, ਇਸ ਘੋਲ ਦੇ ਵਿੱਚੋਂ ਕਿਸੇ ਪ੍ਰਕਾਰ ਦੀ ਅਗਵਾਈ ਇੱਥੋਂ ਮਿਲ ਸਕਦੀ। ਧਾਰਮਿਕ ਪੱਖ ਤੋਂ ਵੀ ਇੱਥੋਂ ਅਗਵਾਈ ਮੈਨੂੰ ਲੱਗਦਾ ਕਿ ਨਿਕਲ ਸਕਦੀ ਹੈ, ਸਿਆਸੀ ਪੱਖ ਤੋਂ ਵੀ ਨਿਕਲ ਸਕਦੀ ਹੈ। ਤਾਂ ਬਹੁਤ ਵਧੀਆ ਗੱਲ ਹੋਊਗੀ। ਮੈਂ ਕੱਲ ਸਾਦਕ ਗਿਆ ਤੇ ਸਟੇਜ ਤੇ ਮੈਂ ਬੋਲ ਰਿਹਾ ਸੀ ਤੇ ਇੱਕ ਬੱਚੀ 18-19 ਸਾਲ ਦੀ ਉੱਥੇ ਥੱਲੇ ਬੈਠੀ, ਮੈਨੂੰ ਜਿਹੜਾ ਆਪਣਾ ਕਲਾਕਾਰ ਹੈ ਹਰਿੰਦਰ ਸੰਧੂ, ਉਹਨੇ ਦੱਸਿਆ, ਕਹਿੰਦਾ ਬਾਈ ਇਹ ਬੱਚੀ ਹੈ ਜਿਹੜੀ ਨਾ, ਇਹਨੂੰ ਸੁਣਿਓ ਕਦੇ ਬੋਲਦੀ ਨੂੰ, ਔਰ ਬੜੀ ਯੋਗਤਾ ਸਾਡੇ ਨੌਜਵਾਨਾਂ 'ਚ, ਕਾਬਲੀਅਤ ਆ ਨਾ, ਤੇ ਹੁਨਰ ਵੀ ਹੈਗਾ, ਸਾਰਾ ਕੁਛ ਹੈ। ਪਰ ਕਿਉਂ ਨਹੀਂ ਸਾਡੇ ਆਮ ਘਰਾਂ ਦੇ ਧੀ ਪੁੱਤ ਨੇ ਜਿਹੜੇ, ਉਹ ਕਿਉਂ ਨਹੀਂ ਅੱਗੇ ਆ ਸਕਦੇ ਯਾਰ? ਚਾਹੇ ਉਹ ਧਾਰਮਿਕ ਪਾਸੇ ਹੋਵੇ, ਚਾਹੇ ਸਿਆਸੀ ਵਾਲੇ ਪੱਖ ਤੋਂ ਹੋਵੇ। ਇਹਨਾਂ ਦੀ ਪਿਓ, ਇਹਨਾਂ ਦੇ ਗਾਹਾਂ ਪੁੱਤ, ਗਾਹਾਂ ਭਤੀਜੇ, ਸਾਰਾ ਕੁਛ ਇਹਨਾਂ ਦਾ ਹੀ ਆਈ ਜਾਂਦਾ। ਤਾਂ ਬੜਾ ਕੁਛ ਪੰਜਾਬ ਮੈਨੂੰ ਲੱਗਦਾ ਕਿ ਤੈਅ ਕਰੂਗੀ ਇਹ ਲੜਾਈ ਪੰਜਾਬ ਦੇ ਲਈ। ਅੱਛਾ, ਮੋਰਚੇ ਲੱਗਦੇ ਨੇ, ਵੈਸੇ ਮੋਰਚੇ ਜਦੋਂ ਲੱਗਦੇ ਆ ਤਾਂ ਦਿਨ ਰਾਤ ਦੇ ਲੱਗਦੇ ਨੇ, ਹੈ ਨਾ। ਹੁਣ ਵੀ ਆ ਕੋਈ ਵੀ ਮਾਂ ਪਿਓ ਇਹ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਜਿਹੜਾ ਉਹ ਰਾਤ ਨੂੰ ਸੜਕਾਂ 'ਤੇ ਬੈਠੇ, ਹੈ ਨਾ। ਬੇਸ਼ੱਕ ਦਿਨੇ ਵੀ ਨਹੀਂ ਚਾਹੁੰਦਾ ਹੁੰਦਾ, ਪਰ ਰਾਤ ਦੇ ਹਾਲਾਤ ਆ ਜਿਹੜੇ ਕੁਛ ਹੋਰ ਤਰ੍ਹਾਂ ਦੇ ਹੁੰਦੇ ਆ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਹੁਣ ਦਿਨ ਰਾਤ ਤਾਂ ਸਾਨੂੰ ਉਹ ਗੱਲ ਆ ਵੀ ਛੱਡਣਾ ਪੈਣਾ। ਇਹ ਨੀਂਦਾਂ ਤਿਆਗਣੀਆਂ ਪੈਣੀਆਂ ਨੇ, ਸੁੱਖ ਆਰਾਮ ਤਿਆਗਣਾ ਪੈਣਾ, ਕਿਉਂਕਿ ਲੜਾਈ ਯਾਰ ਸਾਡੀ ਜਮਾਂ ਗਾਲ ਆ ਕੇ ਪੈ ਗਈ ਆ। ਇਹਦੋਂ ਸਾਡੇ ਪੱਲੇ ਕੀ ਰਹਿ ਜਾਣਾ? ਅੱਜ ਅਸੀਂ ਸ਼ਹਿਰ 'ਚ ਗਏ ਸੀ, ਇੱਥੇ ਬਠਿੰਡੇ ਹੱਥਨੇਜ ਹੁਣੀ ਜਾ ਕੇ ਆਏ 2 ਘੰਟੇ ਪਹਿਲਾਂ, ਧੋਬੀ ਬਾਜ਼ਾਰ ਦੇ ਵਿੱਚ। ਵਪਾਰ ਮੰਡਲ ਦੇ ਪ੍ਰਧਾਨ ਸਾਡੇ ਨਾਲ ਸੀ, ਹੋਰ ਜਿਹੜੇ ਮਤਲਬ ਕਿ ਦੁਕਾਨਦਾਰ ਸੀ ਉਹ ਸਾਡੇ ਨਾਲ ਸੀ। ਉਹ ਗੱਲ ਉਹ ਵੀ ਸਮਝ ਰਹੇ ਨੇ ਕਿ ਯਾਰ ਮਸਲਾ ਇਕੱਲਾ ਕਿਸਾਨਾਂ ਨਾਲ ਨਹੀਂ ਜੁੜਿਆ ਹੋਇਆ, ਮਜ਼ਦੂਰਾਂ ਨਾਲ ਨਹੀਂ ਜੁੜਿਆ ਹੋਇਆ, ਮਸਲਾ ਸਾਰੇ ਹੀ ਪੰਜਾਬ ਦੇ ਹਰ ਵਰਗ ਨਾਲ, ਹਰ ਪੰਜਾਬੀ ਨਾਲ ਜੁੜਿਆ ਹੋਇਆ ਮਸਲਾ।
ਇੱਕ ਗੱਲ ਜਿਹੜੀ ਮੈਂ ਵਾਰ-ਵਾਰ ਕਹਿੰਦਾ ਕਿ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਯਾਰ ਮਸਲਾ ਸਾਡੀ ਆਰਥਿਕਤਾ ਨਾਲ ਜੁੜਿਆ ਹੋਇਆ। ਕੱਲੀ ਆਰਥਿਕਤਾ ਨਾ ਸੋਚੋ, ਖੇਤੀ ਤੱਕ ਬਹਾਨਾ ਹੈ, ਇਹ ਕਾਨੂੰਨ ਤੱਕ ਬਹਾਨਾ ਹੈ। ਅਸਲ ਤਾਂ ਮਸਲਾ ਤਾਂ ਸਾਨੂੰ ਇਹਨਾਂ ਨੇ ਖਤਮ ਕਰਨਾ ਹੈ, ਸਾਡੀ ਹੋਂਦ ਨੂੰ ਖਤਮ ਕਰਨਾ। ਸਾਡੇ ਸਮਾਜਿਕ ਸਾਰੋਕਾਰ ਜੁੜੇ ਹੋਏ ਨੇ, ਸਾਡਾ ਬੜਾ ਕੁਝ ਜੁੜਿਆ ਹੋਇਆ। ਬੜਾ ਸਮੇਂ ਤੋਂ ਲੈ ਕੇ ਅਸੀਂ ਉਹ ਲੜਾਈ ਜਿਹੜੀ 47 ਤੋਂ ਲੈ ਕੇ ਪੰਜਾਬ ਅੱਜ ਤੱਕ ਲੜਦਾ ਆ ਰਿਹਾ ਹੈ, ਪਰ ਕੋਈ ਮੂੰਹ ਮੱਥਾ ਉਹਨੂੰ ਮਿਲਿਆ ਨਹੀਂ ਹਲੇ। ਤੇ ਉਹ ਲੜਾਈ ਦੇ ਵਿੱਚੋਂ ਹੀ ਇਹੋ ਨਿਕਲੀਆਂ ਹੋਈਆਂ ਗੱਲਾਂ ਨੇ ਜੋ ਸਮੇਂ-ਸਮੇਂ ਤੇ ਪੰਜਾਬ ਨਾਲ ਧੱਕੇ ਹੁੰਦੇ ਆਏ, ਧੋਖੇ ਹੁੰਦੇ ਆਏ, ਹੈ ਨਾ, ਜ਼ਬਰ ਜ਼ੁਲਮ ਹੁੰਦਾ ਆ। ਤਾਂ ਇਹ ਉਹਦੇ ਵਿੱਚੋਂ ਉੱਠਿਆ ਹੋਇਆ ਇੱਕ ਰੋਹ ਹੈ ਜੋ ਨੌਜਵਾਨੀ 'ਚ ਵੀ ਇੱਕ ਲੋਕ ਰੋਹ ਬਣਿਆ ਹੋਇਆ। ਤਾਂ ਮੈਨੂੰ ਲੱਗਦਾ ਕਿ ਇਹ ਯਾਰ ਕਿਸੇ ਨਾ ਕਿਸੇ ਕਿਨਾਰੇ ਹੁਣ ਪਹੁੰਚੂਗੀ ਗੱਲ। ਤੁਹਾਨੂੰ ਪਤਾ ਸਾਡਾ ਤਾਣਾ ਬਾਣਾ ਨਾ ਕੁਛ ਇਸ ਤਰ੍ਹਾਂ ਦੇ ਨਾਲ ਉਲਝ ਗਿਆ ਕਿ ਮਸਲਾ ਇੱਕ ਨਹੀਂ ਹੈ। ਬੇਸ਼ੱਕ ਠੀਕ ਹੈ, ਮਸਲੇ ਇੱਕ ਇੱਕ ਕਰਕੇ ਹੱਲ ਹੋਣੇ ਆ। ਕਿਸਾਨੀ ਸੰਘਰਸ਼ ਚੱਲ ਰਿਹਾ, ਇਹਦੇ ਨਾਲ ਨਾਲ ਮਸਲੇ ਹੋਰ ਵੀ ਆ ਜਾਂਦੇ ਨੇ। ਜਿਸ ਤਰ੍ਹਾਂ ਦੇ ਨਾਲ ਤੁਸੀਂ ਸਕੂਲਾਂ ਦਾ ਮਸਲਾ ਚੁੱਕ ਰਹੇ ਸੀ 2 ਦਿਨ ਪਹਿਲਾਂ ਤੁਸੀਂ ਲਾਈਵ ਹੋਏ ਸੀਗੇ, ਹੋਰ ਵੀ ਮਸਲੇ ਆ ਜਾਂਦੇ ਆ। ਹੱਲ ਕਿਵੇਂ ਹੋਣਗੇ ਮਸਲੇ ਇਹ? ਕਿਉਂਕਿ ਸਾਡਾ ਇੱਕ ਮਸਲਾ ਹੱਲ ਨਹੀਂ ਹੁੰਦਾ, ਪਹਿਲਾਂ ਦੂਜਾ ਵਖੇੜਾ ਖੜਾ ਹੋ ਜਾਂਦਾ, ਅਸੀਂ ਉਹਦੇ ਮਗਰ ਪੈ ਜਾਂਦੇ ਆ, ਫਿਰ ਤੀਜਾ ਖੜਾ ਹੋ ਜਾਂਦਾ ਗਾ। ਕੁਛ ਮੀਡੀਆ ਵੀ ਇਸ ਤਰ੍ਹਾਂ ਦੇ ਨਾਲ ਰੋਲ ਅਦਾ ਕਰਦਾ, ਤੁਸੀਂ ਦੇਖਦੇ ਹੀ ਹੋ ਸਾਰੇ। ਕੁਛ ਕੁ ਹਿੱਸਾ ਜਿਹੜਾ ਹੁੰਦਾ ਮਸਲਿਆਂ 'ਚ ਵੀਰੇ ਪੰਜਾਬ ਵਾਲਾ ਜਹਾਜ਼ ਹੀ ਇੰਨਾ ਦਿੱਤਾ ਕਿ ਕਦੇ ਕੋਈ ਧਾਰਮਿਕ ਮਸਲਾ ਉਸਾਲ ਦਿੱਤਾ ਜਾਂਦਾ, ਕਦੇ ਬੇਅਦਬੀਆਂ ਕਰਾ ਦਿੱਤੀਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ, ਕਦੇ ਕੋਈ ਹੋਰ ਜਾਤ ਪਾਤ ਦੇ ਨਾਂ ਦੇ ਉੱਤੇ ਲੜਾਇਆ ਜਾਂਦਾ ਹੈ ਨਾ। ਤਾਂ ਮਤਲਬ ਕਿ ਲੋਕਾਂ ਨੂੰ ਇਹਨਾਂ ਨੇ ਹੁਣ ਇਸ ਘੋਲ ਨੂੰ ਵੀ ਲੈ ਕੇ ਬਹੁਤ ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਨੇ। ਇਹਨਾਂ ਦੇ ਬੰਦੇ BJP ਦੇ ਲੀਡਰ ਜਿਹੜੇ ਆਪ ਹੀ ਆਪਦੇ ਤੇ ਹਮਲਾ ਕਰਾ ਲੈਂਦੇ ਨੇ, ਮੁੜ ਕੇ ਜੈਡ ਸਿਕਿਉਰਟੀਆਂ ਲੈ ਲੈਂਦੇ ਨੇ, ਹੈ ਨਾ। ਵੀ ਬੜਾ ਕੁਛ ਜਾਣੇ ਬਹੁਤ ਕੁਛ ਹੁੰਦਾ ਹੈਗਾ। ਜਦੋਂ ਇਹਨੂੰ ਪਤਾ ਲੱਗਦਾ ਕਿ ਲੋਕ ਘੋਲ ਹੁੰਦੇ ਨੇ, ਸੰਘਰਸ਼ ਪੂਰਾ ਭਖਿਆ ਹੋਇਆ। ਮਾਵਾਂ ਭੈਣਾਂ ਨੂੰ ਮੈਂ ਦੇਖਦਾ ਹੁੰਦਾ ਇੱਥੇ ਆਪਣੇ ਟੋਲ ਦੇ ਉੱਤੇ ਲੰਘ ਕੇ ਆਉਂਦੇ ਆ ਭੁੱਚੋ ਵਾਲੇ ਤੋਂ, ਤਾਂ ਰਾਤ ਨੂੰ ਦੇਖੋ ਸਾਡੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਮਾਵਾਂ ਭੈਣਾਂ ਨੇ ਜਿਹੜੀਆਂ ਟੋਲ ਦੇ ਉੱਤੇ ਬੈਠੀਆਂ ਹੁੰਦੀਆਂ ਨੇ। ਵੀ ਜਾਣੇ ਸਾਡੇ ਜਵਾਕ ਵੀ, ਸਾਡੇ ਬਜ਼ੁਰਗ ਵੀ, ਸਾਡੇ ਨੌਜਵਾਨ ਵੀ, ਸਾਡੀਆਂ ਮਾਂ ਭੈਣਾਂ, ਹਰ ਬੰਦਾ ਸੜਕ ਤੇ ਨਿਕਲਿਆ ਹੋਇਆ। ਤਾਂ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਕਿ ਯਾਰ ਇਹ ਜੇ ਘੋਲ ਨੂੰ ਖੁੰਡਾ ਕਰਨਾ ਤਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਜਿਹੜੀ ਅਫਵਾਹ ਫੈਲਾਈ ਜਾਵੇ, ਗੁੰਮਰਾਹ ਕੀਤਾ ਜਾਵੇ, ਜਿਹਨਾਂ ਲੋਕ ਆਪਸ ਵਿੱਚ ਹੁਣ ਪਿੱਛੇ ਜਿਹਨਾਂ ਨੇ ਛੱਡਤਾ ਸੀਗਾ ਜੀ, ਆਹ ਦੇਖੋ ਜੀ ਪੁਲਾ ਮੁੱਕ ਗਿਆ ਜੀ, ਰੇਲ ਗੱਡੀਆਂ ਛੱਡ ਦਿਓ ਜੀ, ਹੈ ਨਾ, ਜਾਂ ਰੇਹ ਮੁੱਕ ਗਿਆ ਜੀ। ਤਾਂ ਇਸ ਕਰਕੇ ਵੀ ਇਸ ਤਰ੍ਹਾਂ ਦਾ ਜਿਹੜੇ ਲੋਕਾਂ ਨੂੰ ਪਾੜਨ ਵਾਲੀ ਗੱਲ ਕਿ ਲੋਕ ਅੱਧੇ ਇਹਦੇ ਵਿਰੋਧ 'ਚ ਹੋ ਜਾਣ ਵੀ ਲਾਈਟ ਭੱਜ ਗਈ ਜੀ, ਲੋਕਾਂ ਨੇ ਪਾਣੀ ਪੂਣੀ ਲਾਉਣੇ ਨੇ, ਹੈ ਨਾ, ਜਾਂ ਹੋਰ ਇਸ ਤਰ੍ਹਾਂ ਦਾ ਜਿਹੜਾ ਹੈਗਾ। ਤਾਂ ਮੈਨੂੰ ਲੱਗਦਾ ਕਿ ਯਾਰ ਹੁਣ ਲੋਕ ਸਮਝ ਗਏ ਆ। ਤੇ ਬਾਕੀ ਮੈਂ ਅਪੀਲ ਕਰਦਾ ਯਾਰ ਕਿਸਾਨ ਜਥੇਬੰਦੀਆਂ ਨੂੰ ਵੀ ਕਿ ਯਾਰ ਲੋਕ ਤੁਹਾਡੇ ਨਾਲ ਪੂਰਾ ਹੁਣ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ, ਤੁਹਾਡਾ ਸਹਿਯੋਗ ਕਰ ਰਿਹਾ। ਮੈਨੂੰ ਲੱਗਦਾ ਪਹਿਲੀ ਵਾਰੀ ਮੇਰੀ ਨਜ਼ਰ 'ਚ ਤਾਂ ਪਹਿਲੀ ਵਾਰੀ ਹੋਇਆ ਜਦੋਂ ਮੈਂ ਸੁਰਤ ਸੰਭਾਲੀ ਹੈ ਨਾ, ਕਿ ਪਹਿਲੀ ਵਾਰੀ ਐਸ ਲੋਟ ਪੰਜਾਬ ਉੱਠ ਕੇ ਤੁਰਿਆ ਕਿਸਾਨ ਜਥੇਬੰਦੀਆਂ ਦੇ ਨਾਲ। ਤੇ ਪਰ ਹੁਣ ਉਹ ਵੀ ਹੁਣ ਇੱਕ ਫਰੰਟ ਦੇ ਉੱਤੇ ਇੱਕ ਝੰਡੇ ਹੇਠ ਇਕੱਠੇ ਹੋ ਕੇ ਆਪਦਾ ਝੰਡੇ ਚਾਹੇ ਵੱਖੋ ਵੱਖਰੇ ਚੱਲ ਲਈ ਫਿਰਨ, ਜਿਵੇਂ ਕਹਿ ਦਿੰਦੇ ਕਿ ਝੰਡਾ ਅਸੀਂ ਇੱਕ ਨਹੀਂ ਕਰ ਸਕਦੇ, ਪਰ ਇਸ ਮੁੱਦੇ ਦੇ ਉੱਤੇ ਜ਼ਰੂਰ ਇਕਜੁੱਟ ਹੋ ਜਾਣਾ ਜੀ। ਅੱਛਾ, ਇਹ ਆ ਕੋਈ ਪਹਿਲੀ ਦਫਾ ਤਾਂ ਹੋਇਆ ਨਹੀਂ, ਤੁਸੀਂ ਲੰਬੇ ਚਿਰ ਤੋਂ ਜਿਹੜਾ ਸੰਘਰਸ਼ ਲੜਦੇ ਆ ਰਹੇ ਹੋ, ਕਿਸੇ ਨਾ ਕਿਸੇ ਮੁੱਦੇ ਉੱਤੇ ਬੋਲਦੇ ਵੀ ਹੋ। ਕਦੇ ਤੁਹਾਡਾ ਨਾਮ ਆ ਸਿਕੰਦਰ ਸਿੰਘ ਮਲੂਕਾ ਨਾਲ ਜੋੜਿਆ ਜਾਂਦਾ ਸੀ, ਮਨਪ੍ਰੀਤ ਬਾਦਲ ਨਾਲ ਵੀ ਜੋੜਿਆ ਜਾਂਦਾ, ਹੁਣ ਵੀ ਇੱਕ ਦੁੱਕਾ ਲੋਕਾਂ ਨੇ ਜੋੜਨਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਵਿਦੇਸ਼ਾਂ ਤੋਂ ਵੀ ਤੁਸੀਂ ਦੇਖਦੇ ਹੋ, ਉਹਦੇ ਉੱਤੇ ਕੀ ਪ੍ਰਤੀਕਿਰਿਆ ਤੁਹਾਡੀ? ਨਾ ਤਾਂ ਵੀਰੇ ਗੱਲ ਪਤਾ ਕੀ ਹੁੰਦੀ ਹੈ, ਨਾ ਜਿਹਦੇ ਨਾਲ ਮਰਜ਼ੀ ਜੋੜ ਦਿਓ, ਹਨਾ। ਪਰ ਲੱਖੇ ਦੇ ਅੰਦਰ ਦੀ ਗੱਲ ਕੀ ਆ? ਮੈਂ ਤਾਂ ਲੱਖੇ ਦੇ ਦਿਲ ਦੀ ਗੱਲ ਕੀ ਆ, ਮੈਂ ਉਹ ਸੁਣਨੀ ਨਹੀਂ। ਮੈਂ ਤਾਂ ਇਹ ਗੱਲਾਂ ਬਹੁਤ ਵਾਰ ਪਤਾ ਨਹੀਂ ਕਿੰਨੇ ਚੈਨਲਾਂ ਤੇ ਬੋਲ ਚੁੱਕੇ ਆ। ਕਦੇ ਮਲੂਕੇ ਨਾਲ ਰਹੇ, ਹਨਾ, ਕਦੇ ਇਹਨਾਂ ਨਾਲ ਵੀ ਰਹੇ, ਮਨਪ੍ਰੀਤ ਨਾਲ ਵੀ ਰਹੇ। ਵੀ ਮੈਂ ਤਾਂ ਖੁੱਲ ਕੇ ਕਹਿ ਸਾਲ ਤੋਂ, ਅੱਜ ਦਾ ਨਹੀਂ, ਕੋਈ ਨਵੀਂ ਗੱਲ ਨਹੀਂ, ਖੁੱਲ ਕੇ ਕਹਿ ਸਾਲ ਤੋਂ ਮੈਂ ਬਾਦਲਾਂ ਦੇ ਖਿਲਾਫ ਵੀ, ਹਨਾ, ਮੈਂ ਕਾਂਗਰਸੀਆਂ ਦੇ ਖਿਲਾਫ ਵੀ। ਮੇਰੇ ਦਾ ਪਰਚਾ ਹੋਇਆ 307 ਦਾ, ਬਾਦਲ ਲੰਬੀ ਪਿੰਡ, ਬਿਲਕੁਲ ਬਾਦਲਾਂ ਦੇ ਘਰ ਮੂਹਰੇ ਗਏ ਸੀ, ਮੈਂ ਇਕੱਲਾ ਥੋੜ੍ਹੀ ਗਿਆ ਸੀ। ਉੱਥੇ ਤਾਂ ਮੰਡ ਵਰਗੇ, ਦਾਦੂ ਵਾਲਾ ਵਰਗੇ, ਪਤਾ ਨਹੀਂ ਕਿੰਨੇ ਹੋਰ, ਗੁਰਦੀਪ ਬਠਿੰਡੇ ਵਰਗੇ, ਕਿਹੜੇ ਲੀਡਰ ਸੀ ਵੱਡੇ ਘੱਟੋ ਘੱਟ 1000 ਬੰਦਾ ਹੋਣਾ। 307 ਦਾ ਬਾਈ ਨੇ ਮੇਰੇ ਇਕੱਲੇ ਦੇ ਪਰਚਾ ਹੋਇਆ ਉੱਥੇ। ਉਹਦੀ ਹੁਣ ਮੈਨੂੰ ਜ਼ਮਾਨਤ ਜਾ ਕੇ ਕਿਤੇ ਮਿਲੀ ਆ ਹਾਈ ਕੋਰਟੋਂ। ਤਾਂ ਉਹ ਜੇ ਮੇਰੇ ਸਿਰ ਪਰਚੇ ਕਰਾਉਣ, ਐਸੇ ਸ਼ਹਿਰ ਦੇ ਵਿੱਚ ਜਿੱਥੇ ਆਪਾਂ ਬੈਠੇ ਆ ਬਠਿੰਡੇ, ਡਾਕਟਰਾਂ ਨੇ ਪਰਚੇ ਕਰਾਏ ਆ ਮੇਰੇ ਤੇ ਜੇ ਮੈਂ ਇਹਨਾਂ ਦਾ ਬੰਦਾ ਹਾਂ, ਮੇਰੇ ਪਰਚੇ ਕਿਉਂ ਹੁਣ? ਮੈਨੂੰ ਅੰਦਰ ਵੀ ਜਾਣਾ ਪਿਆ, ਹਨਾ। ਤੇ ਇਸ ਕਰਕੇ ਜੋੜਨਾ ਜਿਹਨੇ ਮਰਜ਼ੀ। ਉਹ ਬਾਹਰ ਇੱਕ ਸੀਗਾ ਯਾਰ, ਉਹ ਪਤਾ ਨਹੀਂ ਕੌਣ ਹੈ, ਪਤਾ ਨਹੀਂ ਕਿਹੜੇ ਚੈਨਲ ਜਿਹੜਾ, ਉਹ ਹੋਰ ਹੀ ਛੱਡੀ ਜਾਂਦਾ। ਅੱਜ ਕੱਲ੍ਹ ਵੀਰ ਪਤਾ ਕੀ ਹੈ, ਗੁੱਸਾ ਤੂੰ ਵੀ ਨਾ ਕਰਦੀ, ਅੱਜ ਕੱਲ੍ਹ ਹਰੇਕ ਹੀ ਆ ਸੌਖਾ ਜਿਹਾ ਕੰਮ ਹੈ, ਮੈਕ ਜਿਹਾ ਲੈ ਲੈਂਦੇ ਆ, ਹਰੇਕ ਪੱਤਰਕਾਰ ਬਣ ਜਾਂਦਾ, ਹਨਾ। ਗੱਲ ਦਾ ਪਤਾ ਨਹੀਂ ਹੁੰਦਾ ਵੀ ਗੱਲ ਕਹਿਣੀ ਕੀ ਹੈ। ਉਹ ਵੀ ਐਂ ਬੋਲਦਾ ਸੀ
ਕਿ ਜੀ ਲੱਖੇ ਨੂੰ ਉੱਥੇ ਜਾਣਾ ਚਾਹੀਦਾ, ਲੱਖੇ ਨੂੰ ਇੱਥੇ ਜਾਣਾ ਚਾਹੀਦਾ, ਨਹੀਂ ਲੱਖੇ ਨਾਲ ਅਸੀਂ ਐਂ ਕਰਾਂਗੇ, ਲੱਖੇ ਦੇ ਖਿਲਾਫ। ਮੈਂ ਉਹਨੂੰ ਵੀ ਕਿਹਾ ਸੀ, ਤੂੰ ਬਾਹਰ ਬੈਠਾ ਮੈਨੂੰ ਦੱਸੇਗਾ ਮੈਨੂੰ ਕੀ ਕਰਨਾ ਚਾਹੀਦਾ ਹੈ? ਤੂੰ 15-20 ਹਜ਼ਾਰ 50 ਹਜ਼ਾਰ ਜਾਂ ਲੱਖ ਕੁਛ ਵੀ ਲੈਣਾ ਹੈ, ਤੂੰ ਆਪਦਾ ਕੰਮ ਕਰ ਯਾਰ। ਜੇ ਐਡਾ ਦਰਦਰ ਇੱਥੇ ਬੈਠ ਮੇਰੇ ਨਾਲ ਪੰਜਾਬ ਆ ਕੇ। ਅੱਜ ਮੈਨੂੰ 15ਵੀਂ ਰਾਤ ਆ, ਉਹ ਜਵਾਕ ਆ ਮੇਰਾ 5 ਸਾਲ ਦਾ, ਉਹ ਵੀ ਮੇਰੇ ਨਾਲ ਹੁੰਦਾ, ਠੀਕ ਆ। ਦਿਨੇ ਮੈਂ ਕਦੇ ਕਪੂਰਥਲੇ ਹੁੰਨਾ, ਕਦੇ ਅੰਮ੍ਰਿਤਸਰ ਹੁੰਨਾ, ਕਦੇ ਗੁਰਦਾਸਪੁਰ ਹੁੰਨਾ, ਕਦੇ ਰੋਪੜ ਹੁੰਨਾ, ਸਾਰਾ ਦਿਨ ਐ ਤੁਰੇ ਫਿਰ, ਰਾਤ ਨੂੰ ਇੱਥੇ ਬਹਿਨੇ ਆ ਕੇ। ਕਹਿਣਾ ਸੌਖਾ ਯਾਰ, ਕੁਛ ਕਰਕੇ ਵੀ ਦਿਖਾਓ। ਬੈਠੇ ਆਪਾਂ ਭਗਾਈ ਮਾਰ ਛੱਡਦੇ ਚੈਨਲਾਂ ਦੇ ਉੱਤੇ ਵੀ ਹਾਂ ਜੀ ਐਂ ਹੋ ਗਿਆ ਜੀ। ਉਹ ਗੱਲ ਕਹਿੰਦਾ ਸੀ ਕਿ ਯਾਰ, ਕਹਿੰਦਾ ਸਾਨੂੰ ਫਿਰ ਗੋਲਡ ਦੀ ਪੀਪੀ ਵਾਲੀ ਮੁਹਿੰਮ ਚਲਾਉਣੀ ਪਊ, ਵੀ ਮੇਰੇ ਘਰੇ ਕੋਈ ਦਾਣਾ ਸਿੱਟ ਕੇ ਜਾਂਦਾ, ਚਲਾਓ ਕਿਹੜੀ ਮੁਹਿੰਮ ਚਲਾਉਣੇ ਆ, ਠੀਕ ਆ ਨਾ। ਐ ਲੋੜ ਯਾਰ, ਪਤਾ ਨਹੀਂ ਕਿੱਥੋਂ ਕੌਣ। ਅਸਲ ਤਾਂ ਯਾਰ ਮੈਂ ਤਾਂ ਇਹ ਗੱਲ ਹੋਰ ਜਾਣਦਾ, ਦੇਖਿਆ ਕਾ ਹਿਸਾਬ ਕਿਤਾਬ। ਆ ਜਿਹੜੇ ਬਾਹਰ ਵੀ ਬੈਠੇ ਆ ਰੇੜਗੇ ਰੂੜਗੇ ਵਾਲੇ ਜਾਂ ਚੈਨਲਾਂ ਚੂਨਣ ਵਾਲੇ, ਸਾਰੇ ਤਾਂ ਨਹੀਂ ਇੱਕੋ ਜੇ, ਕੁਛ ਕਾ ਇੱਕੋ ਦੁੱਕਾ ਹੋਣ, ਕੁਛ ਹੈਗੇ ਨੇ ਜਿਹੜੇ ਹੋ ਸਾਰਾ ਸਰਕਾਰਾਂ ਦੇ ਬੰਦੇ ਨੇ। ਬਾਹਰ ਵੀ ਮੈਂ ਦੇਖਿਆ ਜਾਂ ਦੇਖਿਆ ਤਾਂ, ਪਰ ਮੈਂ ਕੀ ਆ, ਮੈਂ ਕਿਹੜਾ ਕਦੇ ਗਿਆ। ਸੁਣਨ 'ਚ ਇਹ ਆਉਂਦਾ ਕਿ ਬਾਹਰ ਜਿਹੜੇ ਸਾਡੇ ਗੁਰਦੁਆਰੇ ਬਣਾਏ ਹੋਏ ਨੇ ਪੰਜਾਬੀਆਂ ਦੇ, ਸਿੱਖਾਂ ਦੇ, ਉਹਨਾਂ ਦੇ ਵਿੱਚ ਵੀ ਏਜੰਸੀਆਂ ਨੇ ਆਪਣੇ ਬੰਦੇ ਫਿੱਟ ਕਰਤੇ ਆ। ਉਹਨਾਂ ਦੇ ਪ੍ਰਧਾਨ ਜਾਂ ਉਹਨਾਂ ਦੀਆਂ ਜਿਹੜੀਆਂ ਕਮੇਟੀਆਂ ਨੇ, ਉਹ 'ਚ ਆਪਣੇ ਬੰਦੇ ਬਿਠਾ ਲਿਆ ਕਾਫੀ ਹੱਦ ਤੱਕ। ਤੇ ਜਿਹੜੇ ਚੈਨਲਾਂ ਚੂਨਲਾਂ ਦੇ ਬੈਠੇ ਨੇ ਇਹ ਜੇ, ਇਹ ਵੀ ਇਹਨਾਂ ਦੀ ਕੁਛ ਹੱਦ ਤੱਕ ਕੁਛ ਬੰਦੇ ਇਹਨਾਂ ਦੇ ਆਪਣੇ ਫਿੱਟ ਕਰ ਰੱਖੇ ਇਹਨਾਂ ਨੇ ਬਾਹਰਲਿਆਂ 'ਚ। ਬਾਹਰਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਮਾੜਾ ਜਿਹਾ ਇਹਨਾਂ ਤੋਂ ਵੀ ਸੁਚੇਤ ਰਿਹਾ ਕਰੋ ਯਾਰ। ਅੱਛਾ ਜੀ, ਕਿਸਾਨੀ ਸੰਘਰਸ਼ ਤੇ ਦੁਬਾਰਾ ਆਪਾਂ ਵਾਪਸ ਆਈਏ। ਜਿਹੜਾ ਮੁੱਦਾ ਅੱਜ ਕੱਲ੍ਹ ਮੇਨ ਭਖਿਆ ਹੋਇਆ, ਜਾਂ ਜਿਹੜਾ ਮੁੱਦੇ ਦੀ ਸਭ ਤੋਂ ਜ਼ਿਆਦਾ ਲੋੜ ਹੈ ਇਸ ਵੇਲੇ, ਇਹਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਦਿੱਲੀ ਵੀ ਗੰਗਾ ਨੇ ਮੀਟਿੰਗ ਨਹੀਂ ਹੋਈ ਆ, ਉਸ ਤੋਂ ਬਾਅਦ ਆ ਕੇ ਦੁਬਾਰਾ ਚੰਡੀਗੜ੍ਹ ਮੀਟਿੰਗ ਹੋਈ ਆ, ਸੰਘਰਸ਼ ਹੋਰ ਤਿੱਖਾ ਕਰਤਾ। ਇਹਨੂੰ ਤੁਸੀਂ ਕਿਵੇਂ ਨਜ਼ਰ ਲੈਂਦੇ ਹੋ ਕਿ ਇਹਦੇ ਨਾਲ ਪ੍ਰਤੀਕਿਰਿਆ ਕੀ? ਇਹਦੇ ਬਾਰੇ ਸਭ ਤੋਂ ਪਹਿਲੀ ਗੱਲ ਤਾਂ ਲੱਖਾ ਸਰਾਣਾ ਕੀ ਸੋਚਦਾ ਪਰਸਨਲੀ? ਦਿੱਲੀ ਨੇ ਕੋਈ ਨਵੀਂ ਗੱਲ ਤਾਂ ਹੈ ਨਹੀਂ। ਦਿੱਲੀ ਨੇ ਪਹਿਲਾਂ ਸਾਨੂੰ ਕੀ ਦਿੱਤਾ? ਸਾਡਾ ਸਾਰਾ ਕੁਛ ਖੋਇਆ ਹੀ ਹੈ, ਸਾਨੂੰ ਮਾਰਿਆ ਹੀ ਹੈ, ਲੁੱਟਿਆ ਹੀ ਹੈ, ਕੁੱਟਿਆ ਹੀ ਹੈ, ਸਾਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਤੇ ਅੱਜ ਅਸੀਂ ਦਿੱਲੀ ਤੋਂ ਕੀ ਉਮੀਦ ਲਾ ਲਾਂਗੇ? ਮੈਨੂੰ ਤਾਂ ਲੱਗਦਾ ਨਹੀਂ ਦਿੱਲੀ ਕੁਛ ਦੇਊ। ਫਿਰ ਹੱਲ ਕੀ ਹੈ ਮਸਲੇ ਦਾ ਬਾਈ ਜੀ? ਲੋਕ ਹੱਲ ਹੈ। ਲੋਕ ਜਿਹੜੀ ਤਾਕਤ ਆ ਨਾ, ਲੋਕ ਇਕੱਠੇ ਹੁੰਦੇ ਤੇ ਫਿਰ ਵੱਡੀਆਂ ਵੱਡੀਆਂ ਦਿੱਲੀਆਂ ਨੂੰ ਝੁਕਾ ਲੈਂਦੇ ਆ। ਤਾਂ ਹੁਣ ਇਹ ਲੋਕਾਂ ਦੇ ਸਿਰ ਤੇ ਰਹਿ ਗਈ ਗੱਲ। ਮੈਂ ਇਹੀ ਅਖੀਰ ਦੇ ਉੱਤੇ ਗੱਲ ਕਹਿਣੀ ਚਾਹੁੰਦਾ ਕਿ ਇਹ ਆਰ ਪਾਰ ਦੀ ਲੜਾਈ ਅਸੀਂ ਕਿਉਂ ਕਹਿੰਦੇ ਆ, ਕਿਉਂ ਅਸੀਂ ਇਹ ਗੱਲ ਕਹਿੰਦੇ ਕਿ ਪਿੱਛੇ ਹਟ ਕੇ ਮੌਤ ਦੇ ਅੱਗੇ ਵੱਧ ਕੇ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਕੋਈ ਸਾਡੇ ਲਈ ਇਹ ਪੰਜਾਬ ਜਿਉਂਦਾ ਰਹਿ ਸਕਦਾ। ਇਹ ਅਸਲ ਵਾਰ-ਵਾਰ ਉਹੀ ਗੱਲ ਆਉਂਦੀ ਆ ਕਿ ਉਹਨਾਂ ਨੇ ਸਾਡੀ ਜਿਹੜੀ ਵੱਖਰੀ ਵਿਚਾਰਧਾਰਾ ਹੈ, ਸਾਡੀ ਵੱਖਰੀ ਪਹਿਚਾਣ ਹੈ, ਸਾਡਾ ਸਾਰਾ ਕੁਝ ਵੱਖਰਾ, ਸਾਡਾ ਵੱਖਰਾ ਫਲਸਫਾ ਹੈ, ਸਾਡੇ ਗੁਰੂ ਗ੍ਰੰਥ ਸਾਹਿਬ ਨੇ, ਸਾਡਾ ਇਤਿਹਾਸ ਹੈ ਜਿਹੜਾ ਅਗਲੇ ਨੂੰ ਰੜਕਦਾ ਲੰਬੇ ਸਮੇਂ ਦਾ ਜੀ। ਉਹ ਅਗਲਿਆਂ ਨੇ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚਾਹੁੰਦੇ ਆ ਕਿ ਜਜ਼ਬ ਕਰ ਜਗੇ ਇਹਨਾਂ ਨੂੰ, ਆਪਣੇ ਆਪ ਦੀ ਸੰਭਾਲ ਗਏ ਵੀ ਇਹ ਕਹਿੰਦੇ ਨਾ ਸਾਡੀ ਵੱਖਰੀ ਪਹਿਚਾਣ ਆ, ਸਾਡੀ ਅਡਰੀ ਪਹਿਚਾਣ ਆ ਦੁਨੀਆ ਤੇ। ਉਹ ਹਜਮ ਨਹੀਂ ਹੁੰਦੀਆਂ ਗੱਲਾਂ ਉਹਨਾਂ ਨੂੰ। ਇਹ ਮੈਂ ਕਿਉਂ ਕਿਹਾ ਸੀ ਕਿ ਖੇਤੀ ਵਾਲੇ ਕਾਨੂੰਨ ਤੱਕ ਬਹਾਨਾ ਹੈ, ਵੈਸੇ ਸਾਡੀ ਹੋਂਦ ਨੂੰ ਖਤਮ ਕਰਨਾ। ਇਹ ਜਿੰਨਾ ਚਿਰ ਅਸੀਂ ਸਮਝ ਜਾਾਂਗੇ ਕਿ ਅਸੀਂ ਜਿਹੜਾ ਇਹ ਮਸਲਾ ਹੈ ਕੀ ਆ। ਹੁਣ ਮੈਂ ਤਾਂ ਵਾਰ-ਵਾਰ ਰੋਜ਼ ਸਟੇਜਾਂ ਤੇ ਇਹੀ ਗੱਲ ਲੋਕਾਂ ਨੂੰ ਬੋਲਦਾ ਕਿ ਮਸਲਾ ਇਕੱਲੀ ਖੇਤੀਬਾੜੀ ਨਾਲ ਨਹੀਂ ਜੁੜਿਆ ਹੋਇਆ ਭਰਾਵੋ, ਮਸਲਾ ਹੋਰ ਬੜਾ ਵੱਡਾ ਹੈ। ਤਾਂ ਉਹਨਾਂ ਛੇਤੀ ਅਸੀਂ ਲੜਾਂਗੇ ਵੀ ਤੇ ਅਸੀਂ ਬਚਾਂਗੇ ਵੀ ਤੇ ਜਿਉਂਦੇ ਵੀ ਰਵਾਂਗੇ। ਦੇਖੋ, ਮਸਲੇ ਨਵੇਂ ਆਉਂਦੇ ਰਹਿੰਦੇ ਆ, ਜਾਂ ਸਮੇਂ ਦੇ ਨਾਲ ਮਸਲੇ ਚੇਂਜ ਹੁੰਦੇ ਰਹਿੰਦੇ ਆ। ਸੰਘਰਸ਼ ਲੰਮਾ, ਇਹ ਸਾਰੇ ਬੰਦੇ ਕਹਿੰਦੇ ਆ ਜਿੰਨੇ ਵੀ ਸੂਝਵਾਨ ਨੇ। ਤੁਹਾਡੀ ਨਜ਼ਰ ਦੇ ਵਿੱਚ ਸੰਘਰਸ਼ ਫਿਰ ਜਿੱਤਿਆ ਕਿਵੇਂ ਜਾਊ? ਕਿਉਂਕਿ ਕਿਸਾਨੀ ਆ, ਮੰਨ ਲਓ ਕਿਸਾਨ ਤਬਕੇ ਨਾਲ ਆਪਾਂ ਲੋਕ ਜੁੜੇ ਹੋਏ, ਜ਼ਿਆਦਾਤਰ ਲੋਕਾਂ ਨੇ ਕੰਮ ਵੀ ਕਰਨਾ ਗਾ, ਲੋਕਾਂ ਨੇ ਸੰਘਰਸ਼ ਦੇ ਵਿੱਚ ਹਿੱਸਾ ਵੀ ਪਾਉਣਾ ਗਾ। ਇਹਨੂੰ ਫਿਰ ਕਿਸ ਤਰੀਕੇ ਦੇ ਨਾਲ ਆ ਜਿਹੜਾ ਉਹਨੂੰ ਲੜੀਬੱਧ ਕੀਤਾ ਜਾਏਗਾ, ਜਾਂ ਕਿਵੇਂ ਸਕੀਮ ਤੁਹਾਡੇ ਮਨ ਅੰਦਰ ਹੈ? ਕੀ ਆ ਸਕੀਮ, ਕੀ ਆ? ਇਹ ਲੜਾਈਆਂ ਜਿਹੜੀਆਂ ਇਹ ਹੁੰਦੀਆਂ ਨੇ ਕੌਮ ਦੀ ਹੋਂਦ ਦੀਆਂ, ਛੋਟੀਆਂ ਨਹੀਂ ਹੁੰਦੀਆਂ ਯਾਰ। ਇਹ ਕੋਈ ਰੋਟੀ ਨਹੀਂ ਹੈਗੀ ਆਪਾਂ ਬੁਰਕੀ ਚੱਕ ਕੇ ਮੂੰਹ 'ਚ ਪਾ ਲੈਣੀ ਹੈ। ਬਿਲਕੁਲ ਠੀਕ ਹੈ ਨਾ। ਇਹ ਲੰਬਾ ਲੜਾਇਆ ਜਾਊਗਾ ਸੰਘਰਸ਼। ਮੈਂ ਫੇਰ ਕਹਿਣਾ ਕਿ ਇਹ ਸੰਘਰਸ਼ ਕੋਈ ਰੂਪ ਰੇਖਾ ਤੈਅ ਕਰੂਗਾ ਪੰਜਾਬ ਦੀ, ਕਿ ਪੰਜਾਬ ਕਿਹੜੀ ਦਿਸ਼ਾ ਵੱਲ ਜਾਊਗਾ। ਤੇ ਇਹ ਸਾਨੂੰ ਕੋਈ ਨਿਰਾਸ਼ ਹੋਣ ਦੀ ਲੋੜ ਨਹੀਂ ਵੀ ਮੋਦੀ ਨੇ ਸੁਣੇ ਨਹੀਂ, ਅਸੀਂ ਮੋੜਤਾ ਜੀ, ਅੱਜ ਤਾਂ ਸਾਨੂੰ ਮਹੀਨਾ ਹੋ ਗਿਆ ਜੀ, ਸਾਨੂੰ ਤਾਂ 4 ਮਹੀਨੇ ਹੋ ਗਏ। ਨਹੀਂ, ਸਾਲਾਂ ਬੱਧੀ ਵੀ ਚੱਲ ਸਕਦਾ ਕੰਮ। ਇਹ ਐਡਾ ਸੌਖਾ ਥੋੜ੍ਹੀ ਹੈ ਕੰਮ ਯਾਰ। ਤੁਸੀਂ ਇੱਕ ਡਿਕਟੇਟਰ ਜਿਹੜਾ ਤਾਨਾਸ਼ਾਹ ਬੰਦਾ ਹੈ, ਜਿਹੜਾ ਸੱਤਾ ਤੇ ਕਾਬਜ਼ ਹੈ, ਜਿਹਨੂੰ ਇੰਨਾ ਘਮੰਡ ਆ ਨਸ਼ਾ, ਜਿਹਨੂੰ ਸੱਤਾ ਦਾ, ਪਾਵਰ ਦਾ, ਉਹਦੇ ਨਾਲ ਥੋੜਾ ਪੰਗਾ। ਠੀਕ ਹੈ ਨਾ। ਜਿਹੜਾ ਕਹਿੰਦਾ ਕਿ ਪੂਰੇ ਮੁਲਕ ਨੂੰ ਇੱਕੋ ਰੰਗ 'ਚ ਰੰਗ ਦੇਣਾ, ਤੇ ਉਹੋ ਜਿਹੇ ਬੰਦਿਆਂ ਨਾਲ ਥੋੜੇ ਪੰਗੇ ਨੇ। ਤੇ ਤੁਹਾਨੂੰ ਕੀ ਲੱਗਦਾ ਕਿ ਸੌਖਾ ਥੋੜ੍ਹੀ ਹੈ ਕੰਮ?
ਵੀ ਅਸੀਂ ਕੋਈ ਮਹੀਨੇ 20 ਦਿਨਾਂ 'ਚ, ਮੈਨੂੰ ਲੱਗਦਾ, ਮੈਂ ਤਾਂ ਮੰਨਦਾ ਨਹੀਂ ਵੀ ਮਹੀਨੇ ਜਾਂ 4 ਮਹੀਨਿਆਂ ਦੇ ਵਿੱਚ ਅਸੀਂ ਜੰਗ ਜਿੱਤ ਲਾਂਗੇ। ਸਾਲਾਂ ਬੱਧੀ ਲੜਾਂਗੇ, ਕੋਈ ਗੱਲ ਨਹੀਂ। ਸੰਜਮ ਵਰਤਣ ਦੀ ਲੋੜ ਹੈ ਜੀ, ਸ਼ਾਂਤਮਈ ਤਰੀਕੇ ਦੇ ਨਾਲ, ਰਣਨੀਤੀ ਦੇ ਨਾਲ, ਦਿਮਾਗ ਦੇ ਨਾਲ ਅਸੀਂ ਚੱਲਾਂਗੇ ਜੀ। ਠੀਕ ਹੈ ਜੀ। ਜੋਸ਼ ਦੇ ਨਾਲ ਹੋਸ਼ ਵੀ ਬੜਾ ਜ਼ਰੂਰੀ ਹੁੰਦਾ, ਤਾਂ ਅਸੀਂ ਲੜਾਈ ਜਿੱਤ ਸਕਦੇ ਹਾਂ। ਬਾਈ ਜੀ ਅਖੀਰਲਾ ਸਵਾਲ ਆ ਮੇਰਾ, ਨੌਜਵਾਨ ਤੁਹਾਨੂੰ ਸੁਣਦੇ ਵੀ ਹੈ, ਵੱਡੀ ਗਿਣਤੀ 'ਚ ਅਮਲ ਵੀ ਕਰਦੇ ਗੱਲਾਂ ਦੇ ਉੱਤੇ, ਹੈ ਨਾ। ਤਾਂ ਮੈਂ ਮੱਖੂ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀਗਾ, ਉਸ ਦਿਨ ਵੀ ਸਾਡੀ ਗੱਲ ਹੋਈ ਕਿ ਨੌਜਵਾਨਾਂ ਨੂੰ ਸੇਧ ਦੇਣ ਦੀ ਲੋੜ ਆ, ਜਿਹੜੇ ਸੰਘਰਸ਼ ਦੇ ਵਿੱਚ ਸ਼ਾਮਲ ਹੋ ਰਹੇ ਆ ਉਹਨਾਂ ਨੂੰ ਇੱਕ ਸਹੀ ਰਾਹ ਦੇ ਉੱਤੇ ਤੋਰਿਆ ਜਾਵੇ, ਜਿਸ ਤਰੀਕੇ ਦੇ ਨਾਲ ਹੁਣ ਤੁਰੇ ਆ। ਕਿਉਂਕਿ ਪਹਿਲੀ ਗੱਲ ਤਾਂ ਤੋਰਨਾ ਬੜਾ ਔਖਾ ਹੁੰਦਾ, ਜਦੋਂ ਤੁਰ ਜਾਂਦੇ ਉਸ ਤੋਂ ਬਾਅਦ ਸੰਭਾਲਣਾ ਵੀ ਬੜਾ ਔਖਾ ਹੁੰਦਾ ਗਾ। ਤੁਸੀਂ ਨੌਜਵਾਨਾਂ ਨੂੰ ਖਾਸ ਕਰਕੇ ਕੀ ਤੁਹਾਡਾ ਮੈਸੇਜ ਆ? ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਯਾਰ ਇੱਕ ਤਾਂ ਨਾ ਕੋਸ਼ਿਸ਼ ਕਰਿਆ ਕਰੋ ਕਿ ਵੱਧ ਤੋਂ ਵੱਧ ਨਾ ਸਾਨੂੰ ਪਤਾ ਹੋਣਾ ਬੜਾ ਜ਼ਰੂਰੀ ਆ। ਜਦੋਂ ਨਾ ਅਸੀਂ ਕਈ ਵਾਰੀ ਇਹ ਹੁੰਦਾ ਕਿ ਸਾਨੂੰ ਜੇ ਕਿਸੇ ਗਾਇਕ ਨੇ ਬੁਲਾ ਲਿਆ, ਸਾਨੂੰ ਕਿਸੇ ਜਥੇਬੰਦੀ ਦੇ ਕਹੇ ਜਾਣਾ ਪੈ ਗਿਆ, ਕਿਸੇ ਲੱਖੇ ਵਰਗੇ ਬੰਦੇ ਨੇ ਸੱਦ ਲਿਆ, ਵਗ ਜਾਂਦੇ ਆ, ਹੈ ਨਾ। ਜਦੋਂ ਉਹ ਆਗੂ ਇੱਧਰ ਉੱਧਰ ਹੋ ਜਾਂਦੇ ਨੇ ਤਾਂ ਉਹ ਜਵਾਨੀ ਨਿਰਾਸ਼ ਹੋ ਕੇ ਫਿਰ ਘਰਾਂ 'ਚ ਬੈਠ ਜਾਂਦੀ ਹੈ। ਸੋ ਹਰ ਬੰਦਾ ਹੀ, ਮੈਂ ਸਮਝਦਾ ਕਿ ਹਰ ਪੰਜਾਬੀ ਨੂੰ ਸਮਝਣਾ ਚਾਹੀਦਾ ਕਿ ਪੰਜਾਬ ਮੇਰਾ ਹੈ, ਪੰਜਾਬ ਦਾ ਲੀਡਰ ਵੀ ਮੈਂ ਆ, ਤੇ ਲੜਾਈ ਮੇਰੀ ਹੈ, ਮੈਂ ਲੜਨੀ ਹੈ। ਸਾਡੇ ਗਲ ਪੈ ਗਈ ਲੜਾਈ। ਅਸੀਂ ਇਹ ਨਾ ਦੇਖੀਏ ਕਿ ਫਲਾਨਾ ਕੀ ਕਹੂਗਾ, ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ, ਉਹ ਕੀ ਕਹੂਗਾ ਅਸੀਂ ਉਹਦੇ ਹਿਸਾਬ ਨਾਲ ਚੱਲਾਂਗੇ, ਐ ਨਹੀਂ। ਹਰ ਨੌਜਵਾਨ ਨੂੰ ਇਹ ਸੋਚ ਕੇ ਚੱਲਣਾ ਪੈਣਾ, ਮੰਨ ਕੇ ਚੱਲਣਾ ਪੈਣਾ ਕਿ ਇਹ ਪੰਜਾਬ ਲਈ ਮੈਂ ਹੁਣ ਲੜਨਾ ਹੀ ਲੜਨਾ, ਮੈਂ ਘਰੇ ਨਹੀਂ ਬਹਿਣਾ ਟਿਕ ਕੇ, ਰਾਤਾਂ ਦੀ ਨੀਂਦ ਵੀ ਤਿਆਗਣੀ ਪੈਣੀ ਆ, ਦੂਜੇ ਤੀਜੇ ਕੰਮਕਾਰ ਵੀ ਛੱਡਣੇ ਪੈਣੇ ਆ। ਕਿਉਂਕਿ ਅਸੀਂ ਜੇ ਅੱਜ ਸੌਂ ਗਏ ਰਾਤਾਂ ਨੂੰ, ਜੇ ਅੱਜ ਸੌਂ ਗਏ ਨਾ ਤਾਂ ਫਿਰ ਪੰਜਾਬ ਨੇ ਸਦਾ ਲਈ ਸੌਂ ਜਾਣਾ ਜੀ। ਇਹ ਗੱਲ ਦਾ ਖਿਆਲ ਰੱਖਿਓ ਜੀ। ਬਹੁਤ ਬਹੁਤ ਮਿਹਰਬਾਨੀ। ਮੈਂ ਮੱਖੂ ਸਾਹਿਬ ਤੋਂ ਵੀ ਚਾਹੂੰਗਾ 2 ਮਿੰਟ। ਮੱਖੂ ਸਾਹਿਬ ਵੀ ਸਾਡੇ ਨਾਲ ਨੇ। ਮੱਖੂ ਸਾਹਿਬ, ਮੈਂ ਉਸ ਦਿਨ ਵੀ ਤੁਹਾਡੇ ਤੋਂ ਪੁੱਛਿਆ ਸੀਗਾ, ਅੱਜ ਦੁਬਾਰਾ ਪੁੱਛਦਾ ਕਿਉਂਕਿ ਹਾਲਾਤ ਦਿਨੋਂ ਦਿਨ ਚੇਂਜ ਹੁੰਦੇ ਰਹਿੰਦੇ, ਬਦਲਦੇ ਰਹਿੰਦੇ ਨੇਗੇ ਜੀ। ਹੁਣ ਤੁਹਾਡੀ ਨਜ਼ਰ ਸੰਘਰਸ਼ ਉਸ ਦਿਨ ਹੋਰ ਸੀ ਕਿਉਂਕਿ ਸਮਾਂਬੱਧ ਤਰੀਕੇ ਦੇ ਨਾਲ ਬਦਲਦਾ ਰਹਿੰਦਾ, ਵਿਚਾਰ ਵੀ ਬਦਲਦੇ ਰਹਿੰਦੇ ਨੇ। ਹੁਣ ਇਹਨੂੰ ਸੰਘਰਸ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਸੰਘਰਸ਼ ਦੇ ਵਿੱਚ ਤੁਹਾਨੂੰ ਕੀ ਬਦਲਾਅ ਲੱਗਦਾ ਹੈ? ਬਦਲਾਅ ਤੁਹਾਨੂੰ ਨਹੀਂ, ਬਦਲਾਅ ਮੈਨੂੰ ਕੋਈ ਨਹੀਂ ਲੱਗਿਆ। ਜਿਸ ਤਰ੍ਹਾਂ ਦੇ ਨਾਲ ਕੇਂਦਰ ਦਾ ਰਵੱਈਆ ਸੀ, ਲੱਗ ਰਿਹਾ ਸੀ ਕਿ ਕੁਛ ਨਾ ਕੁਛ ਮਸਲਾ ਹੱਲ ਹੋਏਗਾ, ਚਾਹੇ ਥੋੜਾ ਹੋਵੇ। ਮਤਲਬ ਸਾਡੀਆਂ ਉਮੀਦਾਂ ਦੇ ਤਾਂ ਪਹਿਲਾਂ ਨਹੀਂ ਸੀ ਕਿ ਅਸੀਂ ਉਹ ਜਿੰਨੀਆਂ ਉਮੀਦਾਂ ਸਾਨੂੰ ਹੈਗੀਆਂ ਨੇ ਉਸੇ ਤਰੀਕੇ ਦੇ ਨਾਲ ਸਾਨੂੰ ਜਿਹੜਾ ਉਹਨਾਂ ਤੋਂ ਹੁੰਗਾਰਾ ਮਿਲ ਜਾਏਗਾ। ਉਮੀਦ ਸੀ ਕਿ ਥੋੜਾ ਬਹੁਤ ਹੱਲ ਕੁਛ ਨਾ ਕੁਛ ਹੋਏਗਾ, ਪਰ ਹੋਇਆ ਕੁਛ ਨਹੀਂ ਹੈ। ਜਿਸ ਤਰ੍ਹਾਂ ਦੇ ਨਾਲ ਉੱਥੇ ਗਏ ਆ, ਉਸ ਤੋਂ ਬਾਅਦ ਸਗੋਂ ਦੀ ਹੋਰ ਵੀ ਗੁੱਸਾ ਭਟਕ ਗਿਆ, ਕਿਉਂਕਿ ਗੁੱਸਾ ਭਟਕਣਾ ਸਾਡਾ ਲਾਜ਼ਮੀ ਵੀ ਸੀਗਾ ਜੀ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲੀ ਗੱਲ ਤੁਸੀਂ ਬੜੀ ਪਿਆਰੀ ਕਹੀ ਹੈ ਵੀ ਕੇਂਦਰ ਤੋਂ ਇੱਕ ਆਸ ਸੀ ਜਿਹੜੀ ਕਿਸਾਨ ਲੈ ਕੇ ਗਏ ਸਨ, ਤੇ ਉਹ ਜਿਹੜੀ ਆਸ ਹੈ, ਜਦੋਂ ਕਿਸੇ ਦੀ ਵੀ ਆਸ ਹੋ, ਭਾਵੇਂ ਮੇਰੀ ਹੈ ਤੁਹਾਡੀ ਹੈ, ਜਦੋਂ ਕਿਸੇ ਦੀ ਆਸ ਨਿਰਾਸ਼ ਦੇ ਵਿੱਚ ਬਦਲਦੀ ਹੈ ਤੇ ਉਦੋਂ ਸਾਨੂੰ ਕਈ ਵਾਰੀ ਗੁੱਸਾ ਜ਼ਿਆਦਾ ਆਉਂਦਾ ਆ। ਬਹੁਤਿਆਂ ਨੂੰ ਸਾਨੂੰ ਵੀ ਐਸਾ ਲੱਗਦਾ ਪਿਆ ਸੀ ਵੀ ਜਿਹੜੇ ਕਿਸਾਨ ਭਰਾ ਗਏ ਨੇ ਕੁਛ ਨਾ ਕੁਛ ਇਹਨਾਂ ਦੇ ਹੱਥ ਪੱਲੇ ਪਾਇਆ ਜਾਏਗਾ, ਪਰ ਜਦੋਂ ਜਾ ਰਹੇ ਸਨ ਬੜੀ ਗਜ਼ਬ ਦੀ ਗੱਲ ਆ। ਮੈਂ ਕਮੈਂਟ ਰੀਡ ਕਰ ਰਿਹਾ ਸਾਂ, ਕੁਛ ਵੀਰ ਕਹਿ ਰਹੇ ਸੀ ਵੇਖਿਆ ਜੇ ਕਿਤੇ ਵੇਖੇ ਨਾ ਆਇਆ ਜੇ, ਕੋਈ ਕਹਿੰਦਾ ਸੀ ਵੇਖਿਆ ਜੇ ਕਿਤੇ ਅਹੁਦੇ ਦੇ ਲਾਲਚ ਵਿੱਚ ਨਾ ਫਸ ਜਾਇਆ ਜੇ। ਬੜੀ ਪ੍ਰਕਾਰ ਦੀਆਂ ਗੱਲਾਂ ਆ ਰਹੀਆਂ ਸੀ। ਅਕਸਰ ਲੋਕਾਂ ਨੇ ਵੇਖਿਆ ਕਿਉਂਕਿ ਬਹੁਤੇ ਆਗੂਆਂ ਨੇ ਕਿਸਾਨਾਂ ਦਾ ਪਸੀਨਾ ਵੇਚਿਆ, ਕਿਸਾਨਾਂ ਦੇ ਪਸੀਨੇ ਦਾ ਮੁੱਲ ਪਵਾਇਆ ਤੇ ਉਹਦੇ ਬਦਲੇ ਦੇ ਵਿੱਚ ਬਹੁਤ ਵੱਡੇ ਵੱਡੇ ਅਹੁਦੇ ਲਏ ਨੇ। ਇੱਕ ਮਨ ਦੇ ਵਿੱਚ ਤੌਖਲਾ ਜਿਹਾ ਵੀ ਸੀ ਕਿਤੇ ਜਾ ਕੇ ਛੋਟਾ ਮੋਟਾ ਲੋਲੀਪੌਪ ਦੇ ਕੇ ਇਹਨਾਂ ਨੂੰ ਵਾਪਸ ਨਾ ਕਰ ਦਿੱਤਾ ਜਾਵੇ। ਪਰ ਗਜ਼ਬ ਦੀ ਗੱਲ ਹੈ ਵੀ ਉੱਥੇ ਜਾ ਕੇ ਉਹ ਸਾਨੂੰ ਇਹ ਪੜ੍ਹਾਉਣ ਲੱਗ ਪਏ, ਕਿਸਾਨ ਭਰਾਵਾਂ ਨੂੰ ਇਹ ਪੜ੍ਹਾਉਣ ਲੱਗ ਪਏ ਵੀ ਤੁਸੀਂ ਇਹਨੂੰ ਸਮਝੋ, ਵੀ ਇਹ ਜਿਹੜਾ ਬਿੱਲ ਹੈ ਤੁਹਾਡੀ ਸਮਝ ਦੇ ਵਿੱਚ ਨਹੀਂ ਪੈ ਰਿਹਾ, ਇਹਨੂੰ ਚੰਗੀ ਤਰ੍ਹਾਂ ਸਮਝੋ। ਮੈਨੂੰ ਇੱਕ ਚੀਜ਼ ਦੱਸੀ ਜਾਵੇ ਵੀ ਜਦੋਂ ਵਾਪਸ ਆਉਂਦੇ ਆ ਤੇ ਕਿਤੇ ਨਾ ਕਿਤੇ ਕਿਸਾਨ ਭਰਾਵਾਂ ਨੇ ਜਿਹੜੀਆਂ ਕਾਪੀਆਂ ਪਾੜੀਆਂ ਨੇ, ਉਹ ਕਾਪੀਆਂ ਨਹੀਂ ਪਾੜੀਆਂ, ਬਹੁਤ ਵੱਡੀ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਆ। ਅਸਲ ਦੇ ਵਿੱਚ ਕਾਪੀ ਨਹੀਂ ਪਾੜੀ। ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਸਾਡਾ ਕੇਂਦਰ ਦੇ ਉੱਪਰ ਜਿਹੜਾ ਵਿਸ਼ਵਾਸ ਸੀ ਨਾ, ਉਹਦੇ ਨਾਲ ਇੱਕ ਨਾਤਾ ਸਾਡਾ ਟੁੱਟ ਗਿਆ। ਹੁਣ ਰਹੀ ਗੱਲ, ਕੇਂਦਰ ਵੀ ਸਾਡੇ ਨਾਲ ਖੇਡਾਂ ਖੇਡਦਾ ਪਿਆ ਤੇ ਜਿਹੜੀ ਸਟੇਟ ਗਵਰਨਮੈਂਟ ਉਹ ਵੀ ਸਾਡੇ ਨਾਲ ਖੇਡਾਂ ਖੇਡਦੀ ਪਈ ਹੈ। ਲੱਖਾ ਸਧਾਣਾ ਵੀਰ ਇੱਥੇ ਮੋਰਚਾ ਲਾ ਕੇ ਬੈਠੇ ਹੋਏ ਨੇ ਔਰ ਉਸ ਦਿਨ ਦੇ ਡਟੇ ਹੋਏ ਨੇ। ਸ਼ੰਭੂ ਬਾਰਡਰ ਤੇ ਸਾਡੇ ਭਰਾ ਡਟੇ ਹੋਏ ਨੇ। ਇੱਧਰੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਵਾਲੇ ਮੋਰਚੇ ਦੇ ਉੱਪਰ ਅਸੀਂ ਸਾਰੇ ਵੀਰ ਉੱਥੇ ਡਟੇ ਹੋਏ ਹਾਂ। ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ ਵੀ ਕੇਂਦਰ ਵੀ ਖੇਡਾਂ ਖੇਡ ਰਹੀ ਹੈ ਤੇ ਇੱਥੋਂ ਦੀ ਸਰਕਾਰ ਵੀ ਖੇਡਾਂ ਖੇਡ ਰਹੀ ਹੈ, ਤੇ ਇਹਨਾਂ ਦੀਆਂ ਖੇਡਾਂ ਦੇ ਵਿੱਚ ਪਿਸਦਾ ਪਿਆ ਆਮ ਕਿਸਾਨ, ਆਮ ਮਜ਼ਦੂਰ। ਔਰ ਦੂਸਰੀ ਗੱਲ ਮੈਂ ਜਿਹੜੀ ਤੁਹਾਨੂੰ ਆਖ ਦੇਣੀ ਚਾਹੁੰਦਾ, ਜਿਵੇਂ ਤੁਸੀਂ ਸ਼ਬਦ ਵਰਤਿਆ ਸੀ ਵੀ ਜਿਵੇਂ ਸਰਕਾਰਾਂ ਸਾਡੇ ਨਾਲ ਖੇਡ ਖੇਡਦੀਆਂ ਨੇ ਤੇ ਸਾਨੂੰ ਕਿਹੜੀ ਰਣਨੀਤੀ ਬਣਾਉਣੀ ਚਾਹੀਦੀ ਹੈ, ਕਿਹੜੀ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ। ਸਾਨੂੰ ਇੱਕ ਬੜੀ ਵੱਡੀ ਲੋਕ ਲਹਿਰ ਖੜੀ ਕਰਨੀ ਚਾਹੀਦੀ ਹੈ। ਉਹ ਜਿਹੜੀ ਲੋਕ ਲਹਿਰ ਹੈ ਇਸ ਕਿਸਮ ਦੀ ਖੜੀ ਹੋਵੇਗੀ। ਹੁਣ ਕਈਆਂ ਨੂੰ ਇੰਝ ਲੱਗਦਾ ਪਿਆ ਵੀ ਮੋਰਚਾ ਕਿਸਾਨਾਂ ਦਾ ਹੈ, ਇੱਕ ਬੜੇ ਵੱਡੇ ਅਸੀਂ ਭੁਲੇਖੇ ਦੇ ਵਿੱਚ ਆ, ਤੇ ਬਹੁਤਿਆਂ ਨੂੰ ਐਸਾ ਲੱਗਦਾ ਪਿਆ ਵੀ ਕਿਸਾਨਾਂ ਦੇ ਵਿੱਚੋਂ ਵੀ ਮੋਰਚਾ ਸਿੱਖਾਂ ਦਾ ਹੈ। ਦੇਖੋ, ਮੈਂ ਉਸ ਦਿਨ ਵੀ ਸ਼ਾਇਦ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਕਿਸਾਨ ਉਹ ਕੱਲਾ ਸਿੱਖ ਨਹੀਂ ਹੈ, ਹਿੰਦੂ ਵੀ ਹੈ, ਮਲੇਰਕੋਟਲੇ ਵਾਲੇ ਪਾਸੇ ਚਲੇ ਜਾਓ ਮੁਸਲਮਾਨ ਵੀ ਹੈ, ਕ੍ਰਿਸਚਨ ਵੀ ਹੈ, ਬੜੀ ਪ੍ਰਕਾਰ ਦੇ ਨੇ। ਕਿਸਾਨ ਤੇ ਕਿਸਾਨ ਹੈ।
ਇਹਦੇ ਨਾਲ ਇੱਕ ਚੀਜ਼ ਥੋੜੀ ਜਿਹੀ ਮੈਂ ਐਡ ਕਰ ਦੇਣੀ ਚਾਹੁੰਦਾ ਵਾਂ ਵੀ ਜਿਹੜਾ ਆੜਤੀਆ ਭਰਾ ਹੈ, ਸ਼ਾਇਦ ਉਹਦੇ ਮਨ ਦੇ ਵਿੱਚ ਹੈ ਵੀ ਮੈਂ ਘਰ ਏਸੀ ਲਾ ਕੇ ਬੈਠਾ ਹੋਇਆ ਮੈਂ ਆਨੰਦ ਦੇ ਵਿੱਚ ਬੈਠਾ ਵਾਂ, ਮੋਰਚਾ ਕਿਸਾਨਾਂ ਦਾ ਹੈ। ਜੇ ਕਿਸਾਨੀ ਡੁੱਬੇਗੀ, ਮੰਡੀਕਰਨ ਸਾਡਾ ਡੁੱਬੇਗਾ ਤੇ ਸਿੱਧਾ ਲਾਓ ਵੀ ਆੜਤੀਆ ਕਿੱਥੇ ਬਚੇਗਾ। ਆੜਤੀਆ ਪਹਿਲਾਂ ਮਰਦਾ ਪਿਆ। ਜੇ ਕੰਟਰੈਕਟ ਫਾਰਮਿੰਗ ਹੋ ਜਾਂਦੀ ਹੈ ਤੇ ਇਹਦੇ ਵਿੱਚ ਕਿਸਾਨ ਭਰਾ ਨੂੰ ਜੇ ਕੰਟਰੈਕਟ ਉਹ ਕਰ ਵੀ ਲੈਂਦੇ ਨੇ ਤੇ ਉਸ ਤੋਂ ਪਹਿਲਾਂ ਕੁਛ ਨਾ ਕੁਛ ਦੇ ਦੇਣਗੇ, ਉਹਦਾ ਤਾਂ ਸਾਲ ਨਿਕਲੇਗਾ। ਮੈਨੂੰ ਖਤਰਾ ਇਸ ਗੱਲ ਦਾ ਮਾਰਦਾ ਪਿਆ ਵੀ ਸਾਡੇ ਮਜ਼ਦੂਰ ਦਾ ਕੀ ਬਣੇਗਾ। ਹੁਣ ਕਈਆਂ ਦੇ ਮਨ ਦੇ ਵਿੱਚ ਖਿਆਲ ਇਹ ਆ ਰਿਹਾ ਵੀ ਯਾਰ ਅਸੀਂ ਮਜ਼ਦੂਰੀ ਕਰਨੀ ਹੈ, ਇਹਨਾਂ ਦੀ ਨਾ ਸਹੀ ਜਿਹੜਾ ਕੰਟਰੈਕਟ ਫਾਰਮਿੰਗ ਕਰੇਗਾ ਅਸੀਂ ਉਹਦੀ ਮਜ਼ਦੂਰੀ ਕਰ ਲਵਾਂਗੇ। ਅਸੀਂ ਬੜੇ ਵੱਡੇ ਇੱਕ ਭੁਲੇਖੇ ਦੇ ਵਿੱਚ ਹਾਂ, ਕਿਉਂਕਿ ਮੈਂ ਵੀਰ ਜੀ ਫੋਰਨ ਦੇ ਵਿੱਚ ਬੜਾ ਨਿਕਲਦਾ ਵਾਂ, ਮੈਂ ਯੂਰਪ ਦੇ ਵਿੱਚ ਬੜਾ ਨਿਕਲਦਾ ਵਾਂ, ਇਟਲੀ ਦੇ ਵਿੱਚ ਨਿਕਲਦਾ ਵਾਂ, ਮੈਂ ਅਨੇਕਾਂ ਮੁਲਕਾਂ ਦੇ ਵਿੱਚ ਜਾਂਦਾ ਵਾਂ। ਮੈਂ ਖੇਤੀਬਾੜੀ ਨੀਤੀ ਨੂੰ ਉੱਥੇ ਬੜੀ ਨੇੜਿਓਂ ਵੇਖਦਾ ਮੈਂ। ਉੱਥੇ ਸਾਰਾ ਕੁਝ ਮਸ਼ੀਨੀ ਹੋ ਰਿਹਾ। ਸਾਡੇ ਵਾਂਗੂ ਉਹਨਾਂ ਨੂੰ ਲੇਬਰ ਦੀ ਲੋੜ ਨਹੀਂ ਪੈਂਦੀ। ਉੱਥੇ ਕਿਸੇ ਜਗ੍ਹਾ ਦੇ ਉੱਪਰ ਮੈਂ ਲੇਬਰ ਖੜੀ ਨਹੀਂ ਵੇਖੀ। ਉੱਥੇ ਸਾਰਾ ਕੁਝ ਮਸ਼ੀਨੀ ਹੋ ਰਿਹਾ। ਜੇ ਕੰਟਰੈਕਟ ਫਾਰਮਿੰਗ ਹੋਏਗੀ, ਜੇ ਕਿਤੇ 10,000 ਏਕੜ ਦੀ, 5,000 ਏਕੜ ਦੀ, 2,000 ਏਕੜ ਦੀ, 2,500 ਏਕੜ ਦੀ, ਮੈਂ ਕਹਿੰਦਾ ਭਾਵੇਂ 1,000 ਏਕੜ ਦੀ, ਉਹਨਾਂ ਦੀ ਮਸ਼ੀਨਰੀ ਵੱਡੀ ਹੋਵੇਗੀ। ਮਸ਼ੀਨਰੀ ਜਿੰਨੀ ਵੱਡੀ ਹੋਵੇਗੀ ਉਨੀ ਲੇਬਰ ਖਤਮ ਹੋ ਜਾਵੇਗੀ। ਇਸ ਕਰਕੇ ਮੈਨੂੰ ਇੰਝ ਲੱਗਦਾ ਪਿਆ ਵੀ ਇੱਕ ਬੜੀ ਵੱਡੀ ਲੋਕ ਲਹਿਰ ਆਪਾਂ ਛੇੜੀਏ। ਉਹ ਲੋਕ ਲਹਿਰ ਇਸ ਕਿਸਮ ਦੀ ਛੇੜੀਏ, ਲੋਕਾਂ ਨੂੰ ਦੱਸੀਏ ਵੀ ਮੋਰਚਾ ਇਕੱਲੇ ਕਿਸਾਨਾਂ ਦਾ ਨਹੀਂ ਹੈ, ਮੋਰਚਾ ਸਾਡੀ ਖੂਨ ਦਾ ਹੈ। ਇਹ ਇਕੱਲਾ ਕਿਸਾਨਾਂ ਨਾਲ ਨਹੀਂ ਜੁੜਿਆ ਹੋਇਆ, ਇਹਦੇ ਨਾਲ ਮਜ਼ਦੂਰ ਵੀ ਖਤਮ ਹੋਵੇਗਾ। ਕਿਸਾਨ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੰਟਰੈਕਟ ਫਾਰਮਿੰਗ ਦੇ ਤਹਿਤ ਇੱਕ ਮੇਰੇ ਦਾ ਕੀ ਬਣੇਗਾ, ਮੈਨੂੰ ਮਜ਼ਦੂਰ ਦੀ ਬੜੀ ਵੱਡੀ ਚਿੰਤਾ ਹੈ। ਮੈਂ ਕਹਿੰਦਾ ਵੀ ਇਸ ਮੋਰਚੇ ਨੂੰ ਕਿਸਾਨ ਮਜ਼ਦੂਰ ਮੋਰਚੇ ਦਾ ਨਾਮ ਦੇ ਕੇ ਸਾਨੂੰ ਇਕੱਠੇ ਲੜਾਈ ਲੜਨੀ ਚਾਹੀਦੀ ਹੈ। ਤੀਜੇ ਨੰਬਰ ਤੇ ਆੜਤੀਆਂ ਸਾਰਿਆਂ ਨੂੰ ਨਾਲ ਆਉਣਾ ਚਾਹੀਦਾ ਹੈ। ਚੌਥੇ ਨੰਬਰ ਦੇ ਉੱਪਰ ਜੇ ਪੰਜਾਬ ਦੇ ਵਿੱਚੋਂ ਕਿਸੇ ਵੀ ਤਰੀਕੇ ਇਹ ਚੀਜ਼ਾਂ ਖਤਮ ਹੋ ਜਾਣਗੀਆਂ ਨਾ ਤੇ ਇਹਦੇ ਨਾਲ ਵਪਾਰੀ ਵੀ ਡੁੱਬੇਗਾ। ਹੁਣ ਤੁਸੀਂ ਦੇਖੋ ਵੀ ਜਿਹੜਾ ਕੰਟਰੈਕਟ ਫਾਰਮਿੰਗ ਦੇ ਤਹਿਤ ਆਏਗਾ ਤੇ ਤੁਹਾਨੂੰ ਨਹੀਂ ਲੱਗਦਾ ਪਿਆ ਵੀ ਉਹ ਕੰਟਰੈਕਟ ਦੇ ਤਹਿਤ ਵੱਡੇ ਵੱਡੇ ਹੁਣ ਜਿਹੜੇ ਸਟੋਰ ਦੇ ਬਾਹਰ ਆਪਾਂ ਖੜੇ ਆ, ਇਹ ਸਟੋਰ ਬੰਦ ਹੋਣ ਤੋਂ ਬਾਅਦ ਕਈ ਦੁਕਾਨਦਾਰ ਨੇ ਜਿਨ੍ਹਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਹੈ, ਕੋਈ ਮੂੰਹੋਂ ਬੋਲੇ ਜਾਂ ਨਾ ਬੋਲੇ, ਸਾਨੂੰ ਤੇ ਮਿਲਦੇ ਆ, ਸਾਨੂੰ ਤੇ ਕਾਲ ਵੀ ਕਰਦੇ ਆ। ਬੜੇ ਛੋਟੇ ਦੁਕਾਨਦਾਰ ਨੇ, ਜਿੱਦਣ ਦਾ ਇਹ ਬੰਦ ਹੋਇਆ ਹੈ ਉਦਣ ਦੀ ਉਹਨਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਹੈ। ਇਸ ਕਰਕੇ ਵਪਾਰੀਆਂ ਨੂੰ ਵੀ ਸਾਥ ਦੇਣਾ ਚਾਹੀਦਾ। ਜੇ ਕਿਸਾਨੀ ਬਚੇਗੀ ਵਪਾਰੀ ਬਚੇਗਾ। ਇਸ ਕਰਕੇ ਬੜੀ ਵੱਡੀ ਲੋਕ ਲਹਿਰ ਛੇੜੀਏ ਤੇ ਲੋਕ ਲਹਿਰ ਛੇੜਨ ਤੋਂ ਬਾਅਦ ਜਿਤਨੇ ਵੀ ਪੋਲੀਟੀਕਲ ਲੀਡਰ ਨੇ ਇਹਨਾਂ ਦਾ ਟੋਟਲੀ ਬਾਈਕਾਟ ਕਰੀਏ ਤਾਂ ਕਿ ਇਹ ਨੇਕ ਨੀਤੀ ਨਾਲ ਅਸਲੀ ਰਾਹ ਚੁਣ ਕੇ ਤੇ ਸਹੀ ਟਰੈਕ ਦੇ ਉੱਪਰ ਪੈਣ। ਹੁਣ ਤੇ ਸਾਨੂੰ ਗੁੰਮਰਾਹ ਕਰਦੇ ਪਏ ਨੇ। ਹੁਣ ਕੋਈ ਸਾਡੇ ਵਿੱਚ ਆਪਦਾ ਬੰਦਾ ਵੜਦਾ ਹੈ, ਕੋਈ ਕਹਿ ਦਿੰਦਾ ਵੀ ਜਿਹੜੇ ਉੱਥੇ ਬੈਠੇ ਨੇ ਜੀ ਵੇਖੋ ਜੀ ਆ ਇਹਨਾਂ ਨੇ ਨਵਾਂ ਹੀ ਕੰਮ ਸ਼ੁਰੂ ਕਰ ਲਿਆ, ਪੈਟਰੋਲ ਪੰਪ ਬੰਦ ਕਰਾਉਣਾ, ਸਟੋਰ ਬੰਦ ਕਰਾਉਣਾ। ਜਦੋਂ ਪਿੱਛੇ ਜੇ 2-3 ਸਾਲ ਪੈਟਰੋਲ ਪੰਪ ਬੰਦ ਹੋਏ ਨੇ ਉਦੋਂ ਕਿਹੜਾ ਘਾਟਾ ਪੈ ਗਿਆ। ਕੋਈ ਸਾਨੂੰ ਵੀ ਇਸ ਤਰੀਕੇ ਨਾਲ ਕਹਿ ਰਿਹਾ ਦੇਖੋ ਜੀ ਉੱਥੇ 3-3 ਮੋਰਚੇ ਲੱਗ ਗਏ। ਮੈਂ ਉਦੋਂ ਵੀ ਗੱਲ ਕੀਤੀ ਸੀ, ਮੈਂ ਅੱਜ ਵੀ ਕਹਿਣਾ ਜੇ ਮੋਰਚੇ 3 ਦੀ ਜਗ੍ਹਾ ਤੇ 8 ਵੀ ਲੱਗ ਜਾਣਗੇ ਮੈਨੂੰ ਕੋਈ ਚਿੰਤਾ ਨਹੀਂ, ਏਜੰਡਾ ਇੱਕ ਹੋਣਾ ਚਾਹੀਦਾ। ਹੁਣ ਸਾਡੇ ਭਰਾ ਨੇ ਜੇ ਕਿਸੇ ਜਗ੍ਹਾ ਦੇ ਉੱਪਰ ਹੁਣ ਲੱਖਾ ਵੀਰ ਨਹੀਂ ਪਹੁੰਚ ਸਕਦਾ, ਲੱਖੇ ਵੀਰ ਨੇ ਕਿਸੇ ਭਰਾ ਦੀ ਡਿਊਟੀ ਲਾ ਦਿੱਤੀ, ਉੱਥੇ ਵੀ ਅਸੀਂ ਮੋਰਚਾ ਲਾ ਕੇ ਬਹਿ ਗਏ ਹਾਂ। ਏਜੰਡਾ ਤੇ ਸਾਡਾ ਇੱਕ ਵਿਚਾਰਧਾਰਾ ਇੱਕ ਹੈ। ਜਿੰਨੀ ਦੇਰ ਤੱਕ ਕਿਸੇ ਵੀ ਜਗ੍ਹਾ ਦੇ ਉੱਪਰ ਇੱਕ ਲੋਕ ਸ਼ਕਤੀ ਲੋਕ ਲਹਿਰ ਪੈਦਾ ਨਹੀਂ ਹੁੰਦੀ, ਪੋਲੀਟੀਕਲ ਬੰਦੇ ਜਿਹੜੇ ਨੇ ਕਦੀ ਵੀ ਡਿਸੀਜਨ ਸਹੀ ਨਹੀਂ ਲੈਂਦੇ। ਇਸ ਕਰਕੇ ਇਹਨਾਂ ਨੇ ਸਾਨੂੰ ਵੰਡ ਕੇ ਰਾਜ ਕੀਤਾ। ਡਿਵਾਈਡ ਐਂਡ ਰੂਲ ਦੀ ਨੀਤੀ ਕਲੀ ਅੰਗਰੇਜ਼ ਦੀ ਨਹੀਂ ਸੀ, ਇੱਥੇ ਲੰਮੇ ਸਮੇਂ ਤੋਂ ਚੱਲਦੀ ਪਈ ਹੈ। ਕਦੀ ਸਾਨੂੰ ਧਰਮਾਂ ਦੇ ਵਿੱਚ ਵੰਡਤਾ, ਕਦੀ ਸਾਨੂੰ ਪਾਰਟੀ ਵਿੱਚ ਵੰਡਤਾ, ਜਦੋਂ ਵੇਖਿਆ ਇਸ ਤੋਂ ਵੀ ਅੱਗੇ ਸਾਨੂੰ ਜਾਤ ਪਾਤ ਵਿੱਚ ਵੰਡਤਾ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਚੋਂ ਪਹਿਲਾਂ ਨਿਕਲੀਏ। ਦੇਖੋ ਜੇ ਮੇਰੇ ਕੋਲ ਖਾਣ ਨੂੰ ਕੁਛ ਨਹੀਂ ਹੋਵੇਗਾ, ਉਹ ਮੈਂ ਕਿਹੜੀ ਜਾਤੀ ਦੇ ਵਿੱਚੋਂ ਆਉਣਾ, ਮੈਂ ਐਸਸੀ ਆ, OBC ਆ, ਜਨਰਲ ਆ, ਕਿਹਦੇ ਵਿੱਚੋਂ ਆਉਣਾ ਕੋਈ ਮਾਇਨਾ ਨਹੀਂ ਰੱਖਦਾ। ਮੇਨ ਮੇਰੀ ਉਸ ਵਕਤ ਲੋੜ ਹੈ ਰੋਟੀ। ਸੋ ਸਾਨੂੰ ਇਹ ਹੋਣ ਦੀ ਲੜਾਈ ਜਿਹੜੀ ਸਾਰੇ ਇਕੱਠੇ ਰਲ ਮਿਲ ਕੇ ਲੜਨੀ ਚਾਹੀਦੀ ਹੈ। ਨਿੱਕੇ ਨਿੱਕੇ ਮਫਾਦਾਂ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਹੈ। ਔਰ ਮੈਨੂੰ ਨਹੀਂ ਪਤਾ ਮੇਰੀ ਗੱਲ ਨਾਲ ਲੱਖਾ ਵੀਰ ਸਹਿਮਤ ਹੈ, ਬਾਕੀ ਵੀਰ ਸਹਿਮਤ ਨੇ ਕਿ ਨਹੀਂ ਸਹਿਮਤ, ਪਰ ਮੈਂ ਗੱਲ ਆਖ ਦੇਣੀ ਚਾਹੁੰਦਾ ਮੈਂ ਇੱਕ ਚੀਜ਼ ਮੈਂ ਹੋਰ ਮਹਿਸੂਸ ਕੀਤੀ ਹੈ। ਜਿਹੜਾ ਛੋਟਾ ਜ਼ਮੀਂਦਾਰ ਹੈ ਨਾ ਉਹ ਆ ਗਿਆ, ਜਿਹੜਾ ਬਹੁਤ ਵੱਡਾ ਹੈ ਨਾ ਉਹਨੂੰ ਇੰਝ ਲੱਗਦਾ ਪਿਆ ਵੀ ਨਹੀਂ ਯਾਰ ਮੈਨੂੰ ਕੋਈ ਫਰਕ ਨਹੀਂ ਪੈਣ ਵਾਲਾ, ਮੈਂ ਵਧੀਆ ਆਪਦੇ ਆਨੰਦ ਦੇ ਵਿੱਚ ਬੈਠਾ ਮੈਂ ਆਪਣੇ ਘਰ ਦੇ ਵਿੱਚ। ਉਹਨਾਂ ਦਾ ਵੀ ਫਰਜ਼ ਬਣਦਾ ਵੀ ਇੱਥੇ ਆਉਣਾ। ਇਹ ਖੂਨ ਦੀ ਲੜਾਈ ਹੈ, ਕਿਸਾਨੀ ਦੀ ਲੜਾਈ ਹੈ। ਦੇਖੋ ਜੇ ਕਈ ਵੀਰ ਇੱਥੇ ਇੱਕ ਹੋਰ ਚੀਜ਼ ਵੀ ਕਰਦੇ ਨੇ, ਮੈਂ ਤੁਹਾਡਾ ਸਵਾਲ ਤੋਂ ਪਹਿਲਾਂ ਜਵਾਬ ਦੇ ਦਿਆਂ। ਕਹਿੰਦੇ ਯਾਰ ਜੇ ਕੰਟਰੈਕਟ ਫਾਰਮਿੰਗ ਆ ਵੀ ਜਾਏਗੀ ਇਹਦੇ ਵਿੱਚ ਨੁਕਸਾਨ ਕੀ, ਜ਼ਮੀਨਾਂ ਅੱਗੇ ਵੀ ਠੇਕੇ ਤੇ ਦਿੰਦੇ ਆ, ਹੁਣ ਠੇਕੇ ਤੇ ਦੇ ਦਿਆਂਗੇ ਕੀ ਫਰਕ ਪਏਗਾ। ਹਾਂ ਬਿਲਕੁਲ ਜੀ ਠੇਕੇ ਤੇ ਦੇਣ ਵਿੱਚ ਫਰਕ ਹੈ। ਲੱਖੇ ਸਧਾਣੇ ਵੀਰ ਦੀ ਮਾਨੋ ਜ਼ਮੀਨ ਹੈ ਤੇ ਹਰਪ੍ਰੀਤ ਸਿੰਘ ਮਖੂ ਠੇਕੇ ਤੇ ਲੈ ਲੈਂਦਾ ਹੈ, ਤੇ ਹਰਪ੍ਰੀਤ ਸਿੰਘ ਮਖੂ ਜ਼ਮੀਨ ਵਾਹ ਸਕਦਾ ਹੈ, ਜ਼ਮੀਨ ਵਿੱਚ ਫਸਲ ਪੈਦਾ ਕਰ ਸਕਦਾ ਹੈ, ਫਸਲ ਆਪਣੀ ਮਰਜ਼ੀ ਨਾਲ ਕਿਹੜੀ ਮੰਡੀ ਦੇ ਵਿੱਚ ਸੁੱਟ ਸਕਦਾ ਹੈ। ਬਟ ਇਸ ਲੱਖੇ ਵੀਰ ਦੀ ਜ਼ਮੀਨ ਦੇ ਉੱਪਰ ਮੈਂ ਲੋਨ ਨਹੀਂ ਲੈ ਸਕਦਾ, ਕਰਜ਼ਾ ਨਹੀਂ ਲੈ ਸਕਦਾ। ਬਿਲਕੁਲ। ਪਰ ਉਹ ਕਿਹੜਾ ਐਸਾ ਕੰਟਰੈਕਟ ਹੈ ਜਿਹਦੇ ਤਹਿਤ ਮੈਂ ਆਪਣਾ ਕੰਟਰੈਕਟ ਕੈਂਸਲ ਨਹੀਂ ਕਰ ਸਕਦਾ? ਉਹ ਕਿਹੜਾ ਕੰਟਰੈਕਟ ਹੈ ਵੀ ਪਟੇਦਾਰ ਜਿਹੜਾ ਉਹ ਮਾਲਕ ਬਣ ਜਾਵੇਗਾ? ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਇਹਦਾ ਨੁਕਸਾਨ ਕੀ ਹੋਵੇਗਾ? ਜਿਵੇਂ ਪਹਿਲਾਂ ਲੋਕਾਂ ਦੀਆਂ 1-1 2-2 ਬੱਸਾਂ ਚੱਲਦੀਆਂ ਸੀ, ਬਿਲਕੁਲ
ਜਦੋਂ ਤੋਂ ਘਰਾਣਿਆਂ ਨੇ ਵੱਡੀਆਂ ਬੱਸਾਂ 100 150 200 ਬੱਸ ਸੁੱਟ ਦਿੱਤੀ ਨਾ, ਤੇ 2 ਬੱਸਾਂ ਵਾਲੇ ਦਾ 3 ਬੱਸਾਂ ਵਾਲੇ ਦਾ ਬੇੜਾ ਗਰਕ ਹੋ ਗਿਆ। ਉਹਨਾਂ ਦੀਆਂ ਬੱਸਾਂ ਵਿਚਾਰਿਆਂ ਦੀਆਂ ਥਾਂ ਤੇ ਖਲੋਤੀਆਂ ਨੇ, ਸਿਰਫ ਇਹਨਾਂ ਕੋਲ ਲਿਖ ਕੇ ਲਾਇਆ ਹੋਇਆ ਵੀ ਵਿਆਹ ਸ਼ਾਦੀਆਂ ਦੇ ਲਈ ਤੁਸੀਂ ਬੁਕਿੰਗ ਕਰ ਸਕਦੇ ਹੋ। ਉਹ ਰੂਟ ਦੇ ਉੱਪਰ ਚੱਲਣ ਜੋਗੀਆਂ ਨਹੀਂ ਰਹੀਆਂ। ਜਿਸ ਤਰੀਕੇ ਦੇ ਨਾਲ ਵੱਡੇ ਘਰਾਣੇ ਆ ਜਾਂਦੇ ਨੇ ਤੇ ਛੋਟਿਆਂ ਦਾ ਨੁਕਸਾਨ ਹੋ ਜਾਂਦਾ। ਡਿੱਟੋ ਉਸੇ ਪ੍ਰਕਾਰ ਹੀ ਸਾਡੇ ਨਾਲ ਹੋਣਾ ਹੈ, ਜਦੋਂ ਵੱਡੇ ਘਰਾਣੇ ਆ ਗਏ ਤੇ ਛੋਟੇ ਛੋਟੇ ਸਾਰੇ ਅਸੀਂ ਡੁੱਬ ਜਾਣਾ। ਇਸ ਕਰਕੇ ਮੈਨੂੰ ਲੱਗਦਾ ਵੀ ਵਪਾਰੀ ਵਰਗ ਹੋ ਗਿਆ, ਆੜਤੀਆ ਵਰਗ ਹੋ ਗਿਆ, ਸਾਡਾ ਮਜ਼ਦੂਰ ਭਰਾ ਹੋ ਗਿਆ, ਇਹ ਸਾਰੇ ਰਲ ਮਿਲ ਕੇ ਲੜਾਈ ਲੜੀਏ। ਇਹਨੂੰ ਕੱਲਾ ਕਿਸਾਨਾਂ ਦੇ ਨਾਲ ਜੋੜ ਕੇ ਨਾ ਵੇਖਿਆ ਜਾਵੇ। ਮੇਰੀ ਖਾਸ ਕਰਕੇ ਵਿਸ਼ੇਸ਼ ਤੌਰ ਤੇ ਇਹ ਬੇਨਤੀ ਹੈ ਜੀ। ਅੱਛਾ ਮੱਖੂ ਸਾਹਿਬ, ਇੱਕ ਅਖੀਰਲਾ ਸਵਾਲ ਆ ਤੁਹਾਨੂੰ। ਜਿਹੜਾ ਸਾਡਾ ਮੌਜੂਦਾ ਸਿਸਟਮ ਆ, ਸਾਨੂੰ ਉਹਦੇ ਫਾਇਦੇ ਘੱਟ ਪਤਾ ਲੱਗਦੇ ਹੁੰਦੇ ਆ, ਕਿਉਂਕਿ ਜਿਹੜਾ ਅੱਜ ਕੱਲ੍ਹ ਦਾ ਹਾਲਾਤ ਨੇ ਹਨਾ, ਬੇਸ਼ੱਕ ਮੰਡੀਕਰਨ ਜਿਹੜਾ ਹੁਣ ਚੱਲਦਾ ਪਿਆ, ਉਹਦੇ ਸਾਨੂੰ ਨੁਕਸਾਨ ਸਾਨੂੰ ਦਿਖਦੇ ਨੇ, ਫਾਇਦੇ ਨਹੀਂ ਦਿਖਦੇ। ਫਾਇਦੇ ਸਾਨੂੰ ਉਦੋਂ ਦਿਖਣੇ ਜਦੋਂ ਸਾਡੇ ਤੋਂ ਸਿਸਟਮ ਖੁੱਸ ਗਿਆ ਹੈ ਨਾ, ਉਦੋਂ ਸਾਨੂੰ ਯਾਦ ਆਉਣਗੇ। ਪਰ ਲੋਕ ਹਾਲੇ ਇਹ ਵੀ ਕਹਿੰਦੇ ਨੇ ਕਿ ਯਾਰ ਚੰਗਾ ਹੋ ਜੂਗਾ, ਸਾਡਾ ਫਾਇਦਾ ਹੋ ਜੂਗਾ। ਕੁਝ ਬੰਦੇ ਇਹ ਵੀ ਕਹਿੰਦੇ ਆ, ਪਰ ਬਿਹਤਰ ਇਹ ਆ ਕਿ ਜ਼ਿਆਦਾਤਰ ਲੋਕ ਇਹੀ ਆਖਦੇ ਨੇ ਕਿ ਯਾਰ ਇਸ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੋਣਾ। ਆਮ ਲੋਕਾਂ ਨੂੰ ਜਾਂ ਪਿੰਡਾਂ ਵਾਲੇ ਖਾਸ ਕਰਕੇ ਜਿਹੜੇ ਬਜ਼ੁਰਗ ਨੇ ਜਾਂ ਬੱਚੇ ਆ, ਨੌਜਵਾਨ ਆ, ਉਹਨਾਂ ਨੂੰ ਇਸ ਗੱਲ ਦਾ ਮਹਿਸੂਸ ਹੋ ਗਿਆ। ਮੈਂ ਤੁਹਾਡੀ ਗੱਲ ਇੱਥੇ ਰੋਕਦਾ ਮੈਂ ਪਹਿਲਾਂ ਹੀ। ਤੁਸੀਂ ਇੱਕ ਸ਼ਬਦ ਵਰਤਿਆ ਵੀ ਅਸੀਂ ਨੁਕਸਾਨ ਵਾਲੇ ਪਾਸੇ ਪਹਿਲਾਂ ਵੇਖ ਲੈਂਦੇ ਆ, ਫਾਇਦੇ ਵਾਲੇ ਪਾਸੇ ਅਸੀਂ ਨਹੀਂ ਵੇਖਦੇ ਪਏ। ਚਲੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ। ਆਪਾਂ ਬੜੇ ਚੌਂਕ ਦੇ ਵਿੱਚ ਖੜੇ ਆ, ਹੁਣ ਗੱਡੀਆਂ ਸਾਰੀਆਂ ਲੰਘਦੀਆਂ ਪਈਆਂ ਨੇ, ਗ੍ਰੀਨ ਲਾਈਟ ਦੇ ਉੱਪਰ ਲੰਘਦੀਆਂ ਪਈਆਂ, ਪੁਲਿਸ ਵਾਲਾ ਉਹਨਾਂ ਨੂੰ ਨਹੀਂ ਰੋਕਦਾ ਪਿਆ। ਜਿੱਥੇ ਰੈੱਡ ਲਾਈਟ ਜੰਪ ਕਰਦੀ ਉਹਨੂੰ ਰੋਕਦਾ ਪਿਆ, ਹੈ ਨਾ। ਹੁਣ ਇਹਦਾ ਮਤਲਬ ਕਿਤੇ ਨਾ ਕਿਤੇ ਉਹਨੂੰ ਦਿੱਕਤ ਮਹਿਸੂਸ ਹੋਈ ਹੈ ਤੇ ਉਹਨੇ ਉਸੇ ਵੇਲੇ ਰੋਕਿਆ। ਹੁਣ ਮੈਂ ਕਹਾਂ ਬਾਕੀ ਗੱਡੀਆਂ ਵੀ ਲੰਘਦੀਆਂ ਸੀ, ਤੂੰ ਮੈਨੂੰ ਕਿਉਂ ਰੋਕਿਆ? ਕਹਿੰਦਾ ਗੱਲ ਇਹ ਹੈ ਵੀ ਰੈੱਡ ਲਾਈਟ ਹੈ, ਇਸ ਕਰਕੇ ਤੈਨੂੰ ਰੋਕਿਆ ਗਿਆ। ਇੱਥੇ ਮੈਂ ਛੋਟੀ ਜੀ ਇੱਕ ਤੁਹਾਡੇ ਨਾਲ ਚੀਜ਼ ਐਡ ਕਰ ਰਿਹਾ। ਤੁਸੀਂ ਕਿਹਾ ਵੀ ਨੁਕਸਾਨ, ਦੇਖੋ ਕੋਈ ਵੀ ਚੀਜ਼ ਹੈ ਉਹਦਾ ਨਫਾ ਤੇ ਨੁਕਸਾਨ ਦੋਵੇਂ ਚੀਜ਼ਾਂ ਵੇਖਣੀਆਂ ਚਾਹੀਦੀਆਂ ਨੇ। ਪਰ ਜੇ ਕੇਂਦਰ ਸਰਕਾਰ ਕਹਿੰਦੀ ਹੈ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਲਿਆਂਦਾ ਹੈ, ਮੰਨ ਲਓ ਮੇਰੇ ਹੱਕ ਦੇ ਵਿੱਚ ਤੁਸੀਂ ਕੋਈ ਚੀਜ਼ ਦੇ ਰਹੇ ਹੋ, ਪਰ ਮੈਂ ਉਸ ਚੀਜ਼ ਮੈਨੂੰ ਭਾਉਂਦੀ ਨਹੀਂ ਪਈ, ਉਹ ਤੁਹਾਡਾ ਜਿਹੜਾ ਹੱਕ ਤੁਸੀਂ ਮੈਨੂੰ ਦੇ ਰਹੇ ਹੋ ਉਹਦੇ ਵਿੱਚ ਮੈਨੂੰ ਦਿਸਦਾ ਪਿਆ ਵੀ ਮੇਰਾ ਸੱਭਿਆਚਾਰ ਡੁੱਬੇਗਾ, ਮੇਰੀ ਜਾਇਦਾਦ ਮੇਰੇ ਕੋਲ ਜਾਵੇਗੀ। ਜਿਹੜੀਆਂ ਜ਼ਮੀਨਾਂ ਸਾਡੇ ਬਜ਼ੁਰਗਾਂ ਨੇ ਸੱਪਾਂ ਦੀਆਂ ਸਰੀਆਂ ਮਿੱਧ ਕੇ ਜੰਗਲ ਜਿਹੜਾ ਸੀ ਉਹਨੂੰ ਸਾੜ ਕੇ ਆਬਾਦ ਕਰਕੇ ਜ਼ਮੀਨਾਂ ਤਿਆਰ ਕੀਤੀਆਂ ਨੇ, ਤੇ ਜੇ ਉਹ ਚੀਜ਼ ਮੇਰੇ ਹੱਕ ਦੇ ਵਿੱਚ ਹੀ ਨਹੀਂ ਜਾ ਰਹੀ, ਮੈਨੂੰ ਚੀਜ਼ ਪ੍ਰਮਾਣ ਹੀ ਨਹੀਂ ਗਈ, ਤੇ ਤੁਸੀਂ ਫਿਰ ਮੈਨੂੰ ਕਹਿ ਰਹੇ ਹੋ ਵੀ ਆਹ ਡਾਈਟ ਤੈਨੂੰ ਦੇਣੀ ਹੈ, ਮਖੂ ਤੈਨੂੰ ਪਨੀਰ ਵਾਲੇ ਪਕੌੜੇ ਖਮਾਉਣੇ ਨੇ। ਉਹ ਮੈਂ ਕਹਿੰਦਾ ਭਾਜੀ ਮੇਰੀ ਛਾਤੀ ਜਲਦੀ ਹੈ, ਮੈਨੂੰ ਨਾ ਕਰੋ। ਬਿਲਕੁਲ, ਮੈਨੂੰ ਇਹ ਚੀਜ਼ਾਂ ਡਾਈਜੈਸਟ ਨਹੀਂ ਹੁੰਦੀਆਂ, ਮੈਨੂੰ ਨਾ ਕਰੋ। ਤੁਸੀਂ ਕਹੋ ਯਾਰ ਤੇਰੇ ਚੰਗੇ ਦੀ ਚੀਜ਼ ਹੈ, ਪਨੀਰ ਦੱਸੋ ਮਾੜਾ ਹੁੰਦਾ, ਇਹਨੂੰ ਪੁੱਛੋ ਵੀ ਤੂੰ ਦੱਸ ਵੀ ਪਨੀਰ ਮਾੜਾ ਹੈ, ਇਹਨੂੰ ਪੁੱਛੋ ਤੂੰ ਦੱਸ ਵੀ ਪਨੀਰ ਮਾੜਾ ਹੈ, ਕਹਿੰਦੇ ਨਹੀਂ ਪਨੀਰ ਕੋਈ ਮਾੜਾ ਨਹੀਂ, ਪਰ ਮੇਰੀ ਸਿਹਤ ਦੇ ਲਈ ਨਹੀਂ ਚੰਗਾ। ਤੇ ਫਿਰ ਤੁਸੀਂ ਕਹੋ ਵੀ ਤੈਨੂੰ ਛਕਾਉਣਾ, ਤੁਸੀਂ ਦੇਸੀ ਕਿਉਂ ਮੈਨੂੰ ਖਵਾਉਂਦੇ ਹੋ, ਪਰ ਮੈਨੂੰ ਦਸਤ ਲੱਗ ਜਾਂਦੇ ਨੇ। ਸੋ ਇਸ ਕਰਕੇ ਸਾਨੂੰ ਇਹ ਵੇਖਣਾ ਪੈਣਾ ਵੀ ਕਿਸਾਨ ਚਾਹੁੰਦਾ ਕੀ ਹੈ। ਜੇ ਏਡੀ ਚੰਗੀ ਚੀਜ਼ ਸੀ ਤੇ ਸਰਕਾਰ ਨੂੰ ਫਿਰ ਕਿਸਾਨਾਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ। ਜੇ ਏਡੀ ਚੰਗੀ ਚੀਜ਼ ਸੀ ਤੇ ਉਸ ਤੋਂ ਪਹਿਲਾਂ ਇਹਦਾ ਇਸ ਤਰੀਕੇ ਨਾਲ ਪ੍ਰਚਾਰ ਕਰਨਾ ਚਾਹੀਦਾ ਸੀ, ਸਾਨੂੰ ਆਪਣੇ ਨਫੇ ਨੁਕਸਾਨ ਦਾ ਪਤਾ ਲੱਗ ਜਾਂਦਾ। ਤੇ ਜਿਹੜੇ ਸੱਜਣ ਕਹਿੰਦੇ ਨੇ, ਦੇਖੋ ਮੈਂ ਇੱਕ ਦੋ ਮੇਰੇ ਕੋਲੇ ਵੀ ਕਾਲ ਆਈਆਂ ਨੇ ਵੀ ਇਹਦੇ ਨਫੇ ਨੇ, ਮੈਂ ਕਹਿੰਦਾ ਜੀ ਜੇ ਨਫੇ ਨੇ, ਬਹੁਤ ਵੱਡੇ ਫਾਇਦੇ ਨੇ, ਉਹ ਫਾਇਦੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਆ ਕੇ ਆਪਣਾ ਪ੍ਰਚਾਰ ਤੇ ਕਰੋ, ਦੱਸੋ ਨਾ ਵੀ ਸਾਨੂੰ ਕੀ ਫਾਇਦਾ ਹੈ। ਗੱਲ ਤੇ ਕਿਸਾਨ ਨੂੰ ਭਰੋਸੇ ਵਿੱਚ ਲੈਣ ਦੀ ਹੈ ਨਾ, ਤੇ ਜਿਹੜਾ ਕਿਸਾਨ ਨੂੰ ਤੁਸੀਂ ਭਰੋਸੇ ਵਿੱਚ ਲੈਣ ਦੀ ਗੱਲ ਕਰਦੇ ਹੋ, ਸੜਕਾਂ ਤੇ ਆਇਆ ਪਿਆ, ਉਹ ਕਹਿੰਦਾ ਮੇਰੀ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਪਿਆ। ਹੁਣ ਤੁਸੀਂ ਕਹੋ ਵੀ ਫਾਇਦਾ ਕਿਆ ਹੈ, ਤੇ ਫਾਇਦਾ ਜਾ ਕੇ ਉਹਨੂੰ ਦੱਸਿਆ ਜਾਵੇ ਨਾ ਵੀ ਕੀ ਫਾਇਦਾ। ਉਹਨੂੰ ਤੇ ਫਿਲਹਾਲ ਦੀ ਘੜੀ ਆਪਣੀ ਮੌਤ ਨਜ਼ਰ ਆ ਰਹੀ ਹੈ, ਮੌਤ ਦੇ ਵਾਰੰਟ ਨਜ਼ਰ ਆ ਰਹੇ ਨੇ, ਉਹਨੂੰ ਇਹ 3 ਕਾਨੂੰਨ ਨਹੀਂ ਨਜ਼ਰ ਆ ਰਹੇ ਜੀ। ਪਰ ਭਾਜਪਾ ਵਾਲੇ ਤਾਂ ਕਹਿੰਦੇ ਆ ਕਿ ਅਸੀਂ ਜਾ ਕੇ ਦੱਸਾਂਗੇ। ਵੀਰ ਜੀ ਭਾਜਪਾ ਵਾਲੇ ਕਹਿੰਦੇ ਆ ਦੱਸਾਂਗੇ, ਉਹ 2-3 ਥਾਵਾਂ ਤੇ ਉਹਨਾਂ ਨੇ ਕਿਹਾ ਦੱਸਾਂਗੇ, ਤੇ ਜਦੋਂ ਸੁਣਨ ਵਾਲੇ ਉੱਥੇ ਆਪੜਦੇ ਆ ਤੇ ਭਾਜਪਾ ਵਾਲੇ ਦਿਸਦੇ ਨਹੀਂ ਪਏ। ਜੇ ਤੁਹਾਨੂੰ ਦੱਸਣ ਲੱਗੇ ਆ ਇੰਨਾ ਡਰ ਲੱਗਦਾ ਪਿਆ, ਸਵਾਲ ਮੇਰੇ ਇਹ ਚੀਜ਼ ਦਾ ਆ, ਤੇ ਫਿਰ ਉਹ ਕਿਹੜੀ ਐਸੀ ਫਾਇਦੇਮੰਦੀ ਚ ਇੱਕ ਐਸਾ ਸੱਚ ਹੈ, ਤੁਸੀਂ ਮੈਨੂੰ ਸਵਾਲ ਕਰਦੇ ਹੋ, ਮੈਂ ਬੋਲਦਾ ਪਿਆ ਵਾਂ, ਉਹ ਕਿਹੜਾ ਸੱਚ ਹੈ ਜਿਹਨੂੰ ਬੋਲਣ ਲੱਗਿਆ ਮੇਰੀ ਜ਼ਬਾਨ ਕੰਬਣ ਲੱਗ ਪੈਂਦੀ ਹੈ, ਮੇਰੀ ਹਾਰਟ ਬੀਟ ਤੇਜ਼ ਹੋ ਜਾਂਦੀ ਹੈ, ਮੇਰੀਆਂ ਲੱਤਾਂ ਕੰਬਣ ਲੱਗ ਪੈਂਦੀਆਂ, ਮੇਰੇ ਹੱਥ ਕੰਬਣ ਲੱਗ ਪੈਂਦਾ ਹੈ। ਸੋ ਜਿਹੜੇ ਭਾਜਪਾ ਵਾਲੇ ਨੇ ਉਹ ਤੇ ਹੱਕ ਦੇ ਵਿੱਚ ਭੁਗਤਣਗੇ। ਦੇਖੋ 2 ਤਰ੍ਹਾਂ ਦੇ ਲੋਕ ਹੁੰਦੇ ਨੇ, ਬੜਾ ਸਮਝਿਆ ਜੀ। ਮੈਂ ਜਦੋਂ ਪ੍ਰਚਾਰ ਕਰਨਾ ਆਰੰਭ ਕੀਤਾ ਸੀ ਤੇ ਮੈਨੂੰ ਮੇਰੇ ਉਸਤਾਦ ਜੀ ਨੇ ਦੱਸਿਆ ਸੀ, ਕਹਿੰਦਾ ਬੇਟਾ ਆਡੀਅנס 3 ਤਰ੍ਹਾਂ ਦੀ ਹੁੰਦੀ। ਮੈਂ ਕਿਹਾ ਜੀ ਕਿਹੜੀ? ਕਹਿੰਦੇ ਇੱਕ ਤੇ ਹੁੰਦੇ ਨੇ ਜਿਹੜੇ ਤੁਹਾਡੇ ਕੱਟੜ ਵਿਰੋਧੀ ਹੁੰਦੇ ਨੇ, ਇੱਕ ਹੁੰਦੇ ਜਿਹੜੇ ਤੁਹਾਡੇ ਪੂਰਾ ਹੱਕ ਦੇ ਵਿੱਚ ਹੁੰਦੇ ਨੇ, ਤੇ ਮੈਂ ਕਿਹਾ ਜੀ ਤੀਜੇ ਕਹਿੰਦੇ ਵਿੱਚ ਵਿਚਾਲੇ ਵਾਲੇ ਹੁੰਦੇ ਵੀ ਤੁਹਾਡੀ ਦਲੀਲ ਚੰਗੀ ਲੱਗੀ ਉਹਨਾਂ ਤੁਹਾਡੇ ਵਾਲੇ ਪਾਸੇ ਹੋ ਜਾਣਾ। ਤੁਹਾਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਅੱਧੇ ਘੰਟੇ ਵਿੱਚ ਮਖੂ ਨੇ ਕੁਝ ਵੀ ਡਿਲੀਵਰ ਨਹੀਂ ਕੀਤਾ,
ਉਹ ਪਾਸੇ ਹੋ ਜਾਣਾ। ਉਹ ਕਹਿੰਦੇ ਨਹੀਂ ਯਾਰ ਮਖੂ ਦੇ ਪੱਲੇ ਹੈ ਨਹੀਂ ਆ ਵੀ ਅੱਧਾ ਘੰਟਾ ਟਾਈਮ ਵੇਸਟ ਕੀਤਾ ਹੈ। ਸੋ ਬੀਜੇਪੀ ਵਾਲੇ ਉਹ ਚੀਜ਼ ਹੈ ਵੀ ਇਹਨਾਂ ਨੂੰ ਐਸਾ ਲੱਗਦਾ ਪਿਆ ਵੀ ਅਸੀਂ ਕੇਂਦਰ ਦੇ ਵੱਲੋਂ ਆਇਆ ਹੋਇਆ ਬਿਆਨ ਹੈ, ਸਾਡੇ ਮਫਾਦ ਜੁੜੇ ਹੋਏ ਨੇ, ਸਾਡੀ ਪਾਰਟੀ ਦਾ ਬਿਆਨ ਹੈ, ਅਸੀਂ ਜਿੰਦਾਬਾਦ ਜਿੰਦਾਬਾਦ ਆਖੀ ਜਾਣਾ। ਤੇ ਜਿੱਦਣ ਪੰਜਾਬ ਦੇ ਲੋਕਾਂ ਨੇ ਕਹਿਤਾ, ਹੁਣ ਮੈਂ ਗੱਲ ਲੱਗਾ ਮੈਂ ਆਖਣ, ਮੈਨੂੰ ਨਹੀਂ ਪਤਾ ਵੀ ਇਸ ਤੋਂ ਬਾਅਦ ਕੀ ਵਿਵਾਦ ਛਿੜਦਾ ਹੈ, ਵੀ ਜਿੰਨੇ ਵੀ ਫਿਰ ਇਹਦੇ ਹੱਕ ਦੇ ਵਿੱਚ ਭੁਗਤਦੇ ਨੇ ਉਹ ਭਾਵੇਂ ਬੀਜੇਪੀ ਵਾਲੇ ਨੇ, ਭਾਵੇਂ ਦੁਕਾਨਦਾਰ ਨੇ, ਭਾਵੇਂ ਵਪਾਰੀ ਨੇ। ਜੇ ਅਸੀਂ ਕਹਿਤਾ ਵੀ ਇਹਨਾਂ ਦੀ ਦੁਕਾਨ ਤੋਂ ਸੌਦੇ ਦਾ ਬਾਈਕਾਟ ਕਰਦੇ ਆ ਤੇ ਇਹਨਾਂ ਨੇ ਕਹਿ ਦੇਣਾ ਨਹੀਂ ਬਾਈ ਜੀ ਤੁਹਾਡੇ ਨਾਲ ਆ, ਜਿਵੇਂ ਤੁਸੀਂ ਕਹੋਗੇ ਤੁਹਾਡੇ ਨਾਲ ਪੂਰੀ ਸਹਿਮਤੀ ਹੈ, ਸਾਡੀ ਦੁਕਾਨਦਾਰੀ ਪੱਟੀ ਜਾਣੀ ਹੈ। ਸੋ ਇਸ ਕਰਕੇ ਮੈਂ ਵੇਖਦਾ ਪਿਆ ਵੀ ਜਿਹੜਾ ਭੰਗੜਾ ਪਾ ਰਹੇ ਨੇ ਨਾ ਉਹ ਨੇ ਜਿਨ੍ਹਾਂ ਨੇ ਕਦੀ ਇੱਕ ਖੇਤ ਵੀ ਬੋ ਕੇ ਨਹੀਂ ਵੇਖਿਆ, ਉਹ ਭੰਗੜਾ ਪਾ ਰਹੇ ਹੱਕ ਦੇ ਵਿੱਚ, ਹੱਕ ਦੇ ਵਿੱਚ ਹੈ। ਤੇ ਜੇ ਕਿਤੇ ਉਹਨਾਂ ਨੂੰ ਵੀ ਪੁੱਛਣ ਲੱਗ ਪਏ ਵੀ ਕਿਤੇ ਹੱਕ ਦੇ ਵਿੱਚ ਜਾਂਦਾ ਹੈ ਤੇ ਜੇ ਕੋਈ ਘੂਰੀ ਜੀ ਵੱਟ ਕੇ ਵੇਖਦੇ ਤਾਂ ਟਾਈਮ ਦੇ ਕੇ ਆਉਂਦੇ ਨਹੀਂਗੇ। 2-3 ਥਾਵਾਂ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਆ ਕੇ ਦੱਸਣਾ ਹੈ, ਉੱਥੇ ਮੇਰੇ ਖਿਆਲ ਦੇ ਵਿੱਚ ਪਹਿਲੇ ਹੀ ਕਿਸਾਨ ਭਰਾ ਨੌਜਵਾਨ ਵੀਰ ਅੱਪੜ ਗਏ ਸੀ ਪਰ ਆਏ ਕੋਈ ਨਹੀਂ ਉਹ। ਤੇ ਮੈਂ ਇਹ ਚੀਜ਼ ਦੱਸਣੀ ਚਾਹੁੰਦਾ ਵੀ ਇਹ ਜਿਹੜੇ ਉਹ ਸਿਰਫ ਇਸ ਕਰਕੇ ਕਰਦੇ ਪਏ ਨੇ ਵੀ ਸਾਡੀ ਪਾਰਟੀ ਦਾ ਜੋ ਆਰਡਰ ਆ ਗਿਆ ਉਹਦੇ ਅਕੋਰਡਿੰਗ ਅਸੀਂ ਜਿੰਦਾਬਾਦ ਜਿੰਦਾਬਾਦ ਕਰੀ ਜਾਣਾ। ਪਰ ਨਹੀਂ, ਸਾਨੂੰ ਇੰਜ ਨਹੀਂ ਵੇਖਣਾ ਚਾਹੀਦਾ, ਸਾਨੂੰ ਇਹ ਦੇਖਣਾ ਚਾਹੀਦਾ ਵੀ ਜੇ ਕੋਈ ਚੰਗੀ ਚੀਜ਼ ਹੈ ਤੇ ਉਹਦਾ ਸਮਰਥਨ ਕਰਨਾ ਚਾਹੀਦਾ ਹੈ। ਸਿਆਣਾ ਤੇ ਉਹ ਮਿੱਤਰ ਹੁੰਦਾ ਹੈ ਜਿਹੜਾ ਆਪਣੇ ਸੱਜਣ ਦੀ ਬਰਿਆਈ ਮੂੰਹ ਦੇ ਉੱਪਰ ਕਰੇ ਜੀ। ਤੇ ਜੇ ਉਹਨਾਂ ਕਾਰਿਆਕਰਤਾ ਨੂੰ ਲੱਗਦਾ ਪਿਆ ਵੀ ਪੰਜਾਬ ਦਾ ਮਾਹੌਲ ਵਿਗੜਦਾ ਤਾਂ ਉਹਨਾਂ ਦਾ ਫਰਜ਼ ਬਣਦਾ ਇਸ ਵੇਲੇ ਆਪਣੀ ਪਾਰਟੀ ਦੇ ਨਾਲ ਸੰਪਰਕ ਜੋੜਨ ਦਾ, ਵੀ ਇਸ ਕਾਨੂੰਨ ਬਣਨ ਤੋਂ ਬਾਅਦ ਪੰਜਾਬ ਦਾ ਮਾਹੌਲ ਵਿਗੜਦਾ ਪਿਆ, ਤੁਹਾਡੀ ਪਾਰਟੀ ਦਾ ਵੱਡੇ ਪੱਧਰ ਤੇ ਨੁਕਸਾਨ ਹੋਏਗਾ, ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਇਹ ਜਿਹੜੇ ਕਾਨੂੰਨ ਨੇ ਵਾਪਸ ਲਏ ਜਾਣ। ਸੋ ਇਸ ਕਰਕੇ ਉਹਨਾਂ ਨੂੰ ਐਸੇ ਸਮੇਂ ਦੇ ਉੱਪਰ ਬਲਦੀ ਦੇ ਵਿੱਚ ਤੇਲ ਨਹੀਂ ਪਾਉਣਾ ਚਾਹੀਦਾ, ਅੱਗ ਬੁਝਾਉਣ ਦੇ ਲਈ ਪਾਣੀ ਪਾਉਣਾ ਚਾਹੀਦਾ ਜੀ। ਬਹੁਤ ਬਹੁਤ ਮਿਹਰਬਾਨੀ। ਸੋ ਸਨ ਲੱਖਾ ਸਢਾਣਾ ਤੇ ਭਾਈ ਹਰਪ੍ਰੀਤ ਸਿੰਘ ਮਖੂ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਔਰ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ।